ਦੋਲਨ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ। ਗੁਰ ਪ੍ਰਸਾਦਿ ਜਪੁ ਆਦਿ ਸਚ ਜੁਗਾਦਿ ਸਚ, ਹੈ ਭੀ ਸਚ ਨਾਨਕ ਹੋਸੀ ਭੀ ਸਚ। ਵਾਹਿਗੁਰੂ। ਸਤਿਗੁਰੂ ਗਰੀਬ ਨਿਵਾਜ ਪਤਿਤ ਪਾਵਨ ਦੀਨ ਬੰਧੂ ਨਿਰੰਕਾਰ ਅਕਾਲ ਪੁਰਖ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ, ਦਸੇ ਸਰੂਪ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ, ਸਮੂਹ ਭਗਤਾਂ ਤੇ ਸ਼ਕਤੀਆਂ, ਸਮੂਹ ਗ੍ਰੰਥਾਂ ਦਾ ਤੱਤ ਸਿਧਾਂਤ ਨਿਚੋੜ, ਸ਼ਬਦ ਅਵਤਾਰ ਆਦਿ ਗੁਰੂ ਗੁਰੂਆਂ ਦੇ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਰਸਨਾ ਸਫਰੀ ਕਰੋ, ਪਿਆਰ ਨਾਲ ਫਤਿਹ ਗਜਾਓ, ਸਾਰੇ ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਤਾ ਯੋਗ ਹੋ, ਵਡਿਆਈ ਦੇ ਪਾਤਰ ਹੋ। ਮਹਾਰਾਜ ਸਾਹਿਬ ਨੇ ਤਰਸ ਕਰਕੇ, ਕਿਰਪਾ ਕਰਕੇ, ਮਿਹਰ ਕਰਕੇ ਸਰਜਗ ਤੋਂ ਪੈਦਾ ਹੋਏ, ਜੰਮਦੇ ਮਰਦੇ 84 ਭੋਗਦੇ ਇੱਥੋਂ ਤੱਕ ਪਹੁੰਚੇ ਹਾਂ। ਮਨੁੱਖਾ ਜਨਮ ਸਰੀਰ ਪੰਜਾਬ ਦੀ ਧਰਤੀ 'ਤੇ ਗੁਰਸਿੱਖਾਂ ਦੇ ਘਰ ਵਿੱਚ ਮਹਾਰਾਜ ਸਾਹਿਬ ਨੇ ਬਖਸ਼ਿਆ ਹੈ। ਆਪ ਦੀ ਪਿਆਰੀ, ਸਭ ਤੋਂ ਵੱਧ ਪਿਆਰੀ ਸਿੱਖੀ ਬਖਸ਼ੀ ਹੈ, ਜਿਹਦਾ ਕੋਈ ਮੁੱਲ ਨਹੀਂ ਪਾ ਸਕਿਆ ਤੇ ਨਾ ਪਾ ਸਕੇਗਾ। ਅਮੁੱਲ ਗੁਣ ਮੁੱਲ ਵਪਾਰ, ਮੁੱਲ ਵਪਾਰੀ ਅਮੁੱਲ ਭੰਡਾਰ। ਭਗਤੀ ਦੇ ਗਿਆਨ ਦੇ ਭੰਡਾਰੇ, ਕਥਾ ਤੇ ਕੀਰਤਨ ਦੇ ਭੰਡਾਰੇ, ਗੁਰਬਾਣੀ ਦੇ ਖੰਡ ਪਾਠਾਂ ਸਹਿਜ ਪਾਠਾਂ ਦੇ ਭੰਡਾਰੇ ਮਹਾਰਾਜ ਸਾਹਿਬ ਨੇ ਮੁੱਲ ਤੋਂ ਰਹਿਤ ਸਾਨੂੰ ਬਖਸ਼ ਕੀਤੇ ਹਨ। ਭਾਗਾਂ ਵਾਲੀਆਂ ਆਤਮਾ ਸਿੱਖੀ ਧਾਰਨ ਕਰਕੇ ਸਿੱਖੀ ਕਮਾ ਰਹੀਆਂ ਹਨ। ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਨੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਿਵਾਹ ਪੁਰਬ ਦਿਹਾੜੇ ਨੂੰ ਮੱਦੇ ਰੱਖਦਿਆਂ ਹੋਇਆਂ ਖੰਡ ਪਾਠਾਂ ਦੀ ਸੇਵਾ ਲਈ ਜਿਨ੍ਹਾਂ ਵੀਰਾਂ ਨੇ ਸਰਦਾ ਤੇ ਭਾਵਨਾ ਬਣਾ ਕੇ ਤਨ ਸਰੀਰ ਨਾਲ ਸੇਵਾ ਕੀਤੀ, ਭਾਗਾਂ ਵਾਲੀਆਂ ਆਤਮਾ ਨੇ ਧਨ ਨਾਲ ਸੇਵਾ ਕੀਤੀ ਹੈ, ਗਰਾਹੀਆਂ ਦੇ ਕੇ ਤੇ ਮਾਇਆ ਦੇ ਕੇ। ਉਸ ਤੋਂ ਵੱਧ ਚੰਗੇ ਭਾਗਾਂ ਵਾਲੇ ਹੋਣਗੇ ਜਿਨ੍ਹਾਂ ਨੇ ਮਨ ਕਰਕੇ ਗੁਰੂ ਕੀ ਬਾਣੀ ਪੜ੍ਹੀ ਹੈ ਤੇ ਸਰਵਣ ਕੀਤੀ ਹੈ। ਮਹਾਤਮਾ ਦੇ ਬਚਨ ਹਨ, ਤਨ ਪਵਿੱਤਰ ਸੇਵਾ ਕੀਏ, ਧਨ ਪਵਿੱਤਰ ਕੀਏ ਦਾਨ, ਮਨ ਪਵਿੱਤਰ ਹਰ ਸਿਮਰਨ ਤੇ ਹੋਤ ਐਸੇ ਕਲਿਆਣ। ਕਿਹੜਾ ਪੁਰਖ ਜਿਹੜਾ ਕਲਿਆਣ ਮੁਕਤੀ ਨਹੀਂ ਚਾਹੁੰਦਾ, ਇਸ ਤਰ੍ਹਾਂ ਪ੍ਰਾਪਤੀ ਹੁੰਦੀ ਹੈ ਜਿਹਨੂੰ ਤਨ ਮਨ ਧਨ ਨਾਲ ਸੇਵਾ ਕਰਕੇ ਜ਼ਿੰਦਗੀ ਜੀਵਨ ਬੜਿਆਂ ਨੇ ਸਫਲ ਕੀਤਾ ਤੇ ਕਰ ਰਹੇ ਹਨ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਲਯੁਗ ਵਿੱਚ ਅਵਤਾਰ ਲਿਆ। ਗੁਰੂ ਨਾਨਕ ਪਾਤਸ਼ਾਹ ਜੀ ਨੇ ਗ੍ਰੰਥਾਂ ਅਨੁਸਾਰ 24 ਅਵਤਾਰ ਆਉਣੇ ਮੰਨੇ ਨੇ। ਉਹਨਾਂ 24 ਦੀ ਗਿਣਤੀ ਵਿੱਚ ਗੁਰੂ ਨਾਨਕ ਪਾਤਸ਼ਾਹ ਦਸੇ ਸਰੂਪ ਨਹੀਂ। ਪਿਛਲੇ ਯੁੱਗਾਂ 'ਚ ਅਵਤਾਰ ਹੁੰਦੇ ਰਹੇ ਨੇ। ਮੱਛੀ ਦਾ ਅਵਤਾਰ, ਕਛੂ ਕੰਮੇ ਦਾ ਅਵਤਾਰ, ਸੂਰ ਦਾ ਅਵਤਾਰ, ਮਾਛ ਕਾਸ਼ੂ ਬ੍ਰਹ ਜਮਨਾ ਕੇ ਕੂਲ, ਖੇਲ ਖੇਲਿਓ ਜਿਨ ਗਿੱਧ ਜੀਓ, ਦੋ ਬਨ ਸਾਰ ਦੋ ਬਾਰ ਚਾਰ, ਚਾਰ ਵਿਪਰ ਦੋਇ ਭੂਪ। ਇਹ 10 ਗਿਣਤੀ ਹੈ। ਵਿਪਰ ਜਾਤੀ ਵਿੱਚ 4 ਆਉਣ ਵਾਲਾ ਵੀ ਵਿਪਰ ਜਾਤੀ ਵਿੱਚ ਆਉਣਾ ਹੈ। ਬਨ 4 ਸ਼ੇਰ ਤੇ ਸੂਰ, ਬਾਰ 4 ਜਲ ਵਿੱਚ ਵਿਚਰਨ ਵਾਲੇ। ਸੋ ਮੱਛੀ ਦਾ ਅਵਤਾਰ ਤੇ ਕਛੂ ਦਾ ਅਵਤਾਰ, ਇਹ ਸਾਰੇ ਹਵਾਲੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਵਿੱਚ ਥੋੜ੍ਹੇ ਅੱਖਰਾਂ 'ਚ ਬਖਸ਼ ਕੀਤੇ ਨੇ। ਜਿਹਨੂੰ ਕੁੱਜੇ ਵਿੱਚ ਸਮੁੰਦਰ ਪਾ ਕੇ ਦੇਣ ਵਾਲੀ ਗੱਲ ਮਹਾਰਾਜ ਸਾਹਿਬ ਨੇ ਬਖਸ਼ ਕੀਤੀ ਹੈ। ਉਹਨਾਂ ਸਾਰਿਆਂ 'ਚੋਂ ਰਾਜੇ ਅਵਤਾਰ ਭਗਵਾਨ ਰਾਮ ਚੰਦਰ ਜੀ, ਤ੍ਰੇਤੇ ਯੁੱਗ ਦੇ ਅਵਤਾਰ ਉਹਨਾਂ ਰਾਜਿਆਂ ਵਿੱਚੋਂ ਕ੍ਰਿਸ਼ਨ ਭਗਵਾਨ ਜੀ, ਦੁਆਪਰ ਯੁੱਗ ਦੇ ਅਵਤਾਰ ਤੇ ਉਹਨਾਂ ਅਵਤਾਰਾਂ ਵਿੱਚੋਂ ਕਲਕੀ ਅਵਤਾਰ ਆਉਣ ਵਾਲਾ ਹੈ। ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਉਹਨਾਂ ਅਵਤਾਰਾਂ ਦੇ ਬਰਾਬਰ ਤੁਲਨਾ ਦੇਣੀ ਅਗਿਆਨਤਾ ਹੋਵੇਗੀ, ਬੇਸਮਝੀ ਹੋਵੇਗੀ, ਭੁੱਲ ਹੋਵੇਗੀ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲੱਗਾ ਸੇਵ।
ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਹੁੰਦੇ ਆਏ ਨੇ। 16 ਕਲਾ ਸੰਪੂਰਨ ਫਲਿਆ ਅਨੰਤ ਕਲਾ ਹੋਏ ਠਾਕੁਰ ਚੜ੍ਹਿਆ। ਜਿਨ੍ਹਾਂ ਕਲਾ ਸ਼ਕਤੀਆਂ ਦੀ ਕੋਈ ਗਿਣਤੀ ਨਹੀਂ। ਉਹ ਕਲਾ ਸ਼ਕਤੀਆਂ ਲੈ ਕੇ ਸਾਡੇ ਜੀਵਾਂ ਦੇ ਉਧਾਰ ਵਾਸਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਆਪ ਆਏ। ਕੀ ਲੋੜ ਪੈ ਗਈ ਚੱਲੀ ਪਾਪ ਕੀ ਜਗਤ ਕਹਾਣੀ। ਭਾਜਾ ਧਰਮ ਛਾੜ ਰਾਜਧਾਨੀ। ਭਇਓ ਭਾਰ ਧਰ ਪਰ ਅਰਧ ਧਰ ਧਰਤੀ ਨੂੰ ਕਹਿੰਦੇ ਬੜਾ ਭਾਰ ਪਾਪਾਂ ਦਾ। ਭਇਓ ਭਾਰ ਧਰ ਪਰ ਅਧਿਕ ਧਰਮ ਧਰਤ ਨੇ ਧੀਰ। ਭਾਉ ਭਗਤ ਨਹੀਂ ਜਗਤ ਮੈਂ ਵਿਕਲ ਭਈ ਭੈ ਭੀਰ। ਪਰਮ ਪਾਪ ਤੇ ਭੂਮ ਡਰਾਨੀ ਡਗ ਬਗਾਤ ਵਿੱਚ ਸੀਰ ਸਦਾਨੀ। ਬ੍ਰਹਮਾ ਗਇਓ ਸੋ ਖੀਰ ਨਸੀਰ ਜਹਾਂ ਕਾਲਪੁਰ ਸੇ ਜਹਾਂ। ਬ੍ਰਹਮਾ ਵਿਸ਼ਨੂੰ ਸ਼ਿਵ ਜੀ ਧਰਤੀ ਲੁਕਾਈ। ਇਹਨਾਂ ਮਿਲ ਕੇ ਪੁਕਾਰਾਂ ਕੀਤੀਆਂ ਸੀ। ਇਹਨਾਂ ਦੀਆਂ ਪੁਕਾਰਾਂ ਤੇ ਅਰਦਾਸਾਂ ਮਨਜ਼ੂਰ ਹੋ ਗਈਆਂ। ਗੁਰਪੁਰਬ ਪ੍ਰਕਾਸ਼ ਗ੍ਰੰਥ ਵਿੱਚ ਲਿਖਿਆ ਹੈ, ਇਉਂ ਭਇਓ ਕਿਰਪਾਲ ਮਹਾਕਾਲ ਜੀ। ਬਾਣੀ ਭਨੀ ਆਕਾਸ਼। ਭਨੀ ਦਾ ਅਰਥ ਹੈ ਉਚਾਰਨ ਕੀਤੀ। ਆਕਾਸ਼ ਵਿੱਚੋਂ ਬਾਜ ਕੀ ਕਿਹਾ ਹੋਂ ਦੁਖ ਹਰ ਹੋਂ ਦਾਸ ਰੂਪ ਧਾਰ। ਕਹੋ ਵਿਸ਼ਨੂੰ ਮਮ ਦਾਸ ਵਿਸ਼ਨੂੰ ਮੇਰੇ ਦਾਸ। ਐ ਸ਼ਿਵ ਜੀ ਐ ਧਰਤੀ ਲੁਕਾਈ ਮੈਂ ਤੁਹਾਡੀ ਪੁਕਾਰ ਸੁਣ ਲਈ ਹੈ। ਤੁਹਾਡੇ ਦੁੱਖਾਂ ਨੂੰ ਹਰਨ ਵਾਸਤੇ ਹੁਣ ਮੈਂ ਆਪ ਹੀ ਆਵਾਂਗਾ। ਜੇ ਤੁਲਨਾ ਕਿਵੇਂ ਦੇਵੋਗੇ। ਵੱਖਰੀਆਂ ਵੱਖਰੀਆਂ ਮੰਡੀਆਂ ਪਾਈ ਫਿਰਦੇ ਹੋ, ਤੁਹਾਡੀ ਮਰਜ਼ੀ। ਕਿਸੇ ਵਿੱਚ ਵੀ ਸ਼ਕਤੀ ਹੈ, ਥੋੜ੍ਹੀ ਆ ਜਾਂ ਬਹੁਤੀ ਹੈ। ਦੇਣ ਵਾਲਾ ਇੱਕ ਬਾਪੂ ਨਿਰੰਕਾਰ ਅਕਾਲ ਪੁਰਖ। ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਵਣਾ। ਸੋ ਪ੍ਰਭ ਚੇਤਨ ਆਵੇ ਕਿਤੜਾ ਦੁੱਖ ਗਣਾ। ਗੁਰਮੁਖੋ ਦੁਨੀਆ ਦੇ ਲੋਕਾਂ ਨੇ ਇਹ ਸੰਸਕਾਰ ਹੈ। ਵਿਵਾਹ ਹੋਣਾ ਆਨੰਦ ਕਾਰਜ ਹੋਣਾ। ਕਿਸੇ ਨੇ ਇਸ ਨੂੰ ਮੈਰਿਜ ਕਿਹਾ, ਕਿਸੇ ਨੇ ਇਸ ਨੂੰ ਸ਼ਾਦੀ ਕਿਹਾ, ਕਿਸੇ ਨੇ ਇਸ ਨੂੰ ਨਿਕਾਹ ਕਿਹਾ। ਸਿੱਖੀ ਮਤ ਵਿੱਚ ਦੋ ਹੀ ਇਹ ਲਫ਼ਜ਼ ਹਨ, ਵਿਵਾਹ ਅਤੇ ਆਨੰਦ ਕਾਰਜ। ਵਿਵਾਹ ਦੇ ਅਰਥ ਨੇ ਵੇ ਪੂਰਬਲਾ ਅਤੇ ਵਾਹ ਪ੍ਰਾਪਤੀ। ਦੋ ਰੂਹਾਂ ਦੀ ਪਿਛਲੀ ਪ੍ਰਾਪਤੀ ਹੁੰਦੀ ਹੈ। ਸੰਜੋਗ ਵਿਜੋਗ ਧੁਰ ਹੋ ਹੀ ਹੋਵੇ। ਸੰਜੋਗ ਹੋਣਾ ਮਿਲਾਪ ਅਤੇ ਵਿਜੋਗ ਹੋਣਾ ਵਿਛੋੜਾ। ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਗੁਰਬਾਣੀ ਦੇ ਪ੍ਰਮਾਣ ਨੇ, ਕੋਈ ਲਾਭੋ ਗ੍ਰੰਥਾਂ ਦੇ ਨਹੀਂ, ਅਖੌਤੀ ਨਹੀਂ। ਵਿਛੜੀਆਂ ਰੂਹਾਂ ਇੱਕ ਦੂਜੇ ਨੂੰ ਪ੍ਰਾਪਤ ਹੋਣਾ। ਪੂਰਬਲਾ ਵਿਛੋੜਾ ਦੂਰ ਹੋਣਾ ਅਤੇ ਵਾਹ ਪ੍ਰਾਪਤੀ ਜਿਹੜੀ ਸੀ ਉਹ ਪੂਰੀ ਹੋ ਜਾਣੀ। ਖੁਸ਼ੀਆਂ ਦਾ ਅਤੇ ਖੇੜਿਆਂ ਵਾਲਾ ਇਹ ਸੰਸਕਾਰ ਮੰਨਿਆ ਹੈ। ਭਾਵੇਂ ਜਨਮ ਸੰਸਕਾਰ, ਵਿਦਿਆ ਸੰਸਕਾਰ, ਵਿਵਾਹ ਸੰਸਕਾਰ, ਮ੍ਰਿਤਕ ਸੰਸਕਾਰ, ਦਸਾਰ ਬੱਧੀ ਜਾਂ ਕਰਨ ਮੇਲ ਜਾਂ ਸੁੰਡ ਕਰਾਉਣੀ, ਟਾਈਆਂ ਬਣਾਉਣੀਆਂ, ਇਹ ਵੱਖਰੇ ਵੱਖਰੇ ਸੰਸਕਾਰ ਮੱਤਾਂ ਵੱਲੋਂ ਚੱਲਦੇ ਨੇ। ਵੱਧ ਤੋਂ ਵੱਧ ਖੁਸ਼ੀਆਂ ਵਾਲਾ ਸੰਸਕਾਰ ਇਹ ਵਿਵਾਹ ਸ਼ਾਦੀ ਵਾਲਾ ਹੈ। ਆਨੰਦ ਕਾਰਜ ਕਹਿੰਦੇ ਹੈ, ਕਾਰਜ ਖੁਸ਼ੀਆਂ ਵਾਲਾ ਅਤੇ ਆ ਰਹਿਤ ਹੋਣਾ ਦੋ ਦੂਜੇ ਪੁਣੇ ਤੋਂ। ਵਿਛੜੀਆਂ ਦੇ ਭੁੰਨ ਪੇ ਭੁੰਨ ਰੂਹਾਂ ਨੇ ਇੱਕ ਦੂਜੇ ਨੂੰ ਪ੍ਰਾਪਤ ਹੋਣਾ, ਇਹਨੂੰ ਆਨੰਦ ਕਾਰਜ ਕਹਿੰਦੇ ਹੈ। ਇਹਨਾਂ ਸਾਰਿਆਂ ਕਾਰਜਾਂ ਨੂੰ ਛੱਡ ਦਈਏ ਅਤੇ ਇਸ ਤੋਂ ਵੱਧ ਕਾਰਜ ਖੁਸ਼ੀਆਂ ਵਾਲਾ ਉਹ ਕਿਹੜਾ ਹੈ? ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦਸੇ ਸਰੂਪ ਸਮੂਹ ਗ੍ਰੰਥ, 4 ਵੇਦ, 6 ਸ਼ਾਸਤਰ, 18 ਪੁਰਾਣ, 27 ਸਿਮਰਤੀਆਂ, 4 ਕੁਤੇਬਾ, ਉਂਜੀਲ, ਤੁਰੇਲ, ਜੰਬੂਰ, ਕੁਰਾਨ ਅਤੇ ਜਿੰਨੇ ਵੀ ਅਵਤਾਰ ਪੈਗੰਬਰ ਸਤਿਯੁਗ ਤੋਂ ਲੈ ਕੇ ਹੁਣ ਤੱਕ ਹੋਏ ਨੇ, ਸਾਰਿਆਂ ਦਾ ਸਿਧਾਂਤ, ਸਾਰਿਆਂ ਦਾ ਗੱਠ ਜੋੜ ਸ਼ਬਦ ਅਵਤਾਰ। ਕਾਗਜ਼ ਗੁਰੂ ਨਹੀਂ, ਸਰੀਰ ਗੁਰੂ ਨਹੀਂ, ਕੋਈ ਤਤ ਗੁਰੂ ਨਹੀਂ, ਸ਼ਬਦ ਅਵਤਾਰ। ਆਦਿ ਗੁਰੂ, ਸ਼ਬਦ ਅਵਤਾਰ ਗੁਰੂ। ਮੰਜੀ ਸਾਹਿਬ ਦੀ ਸੇਵਾ ਮਹਾਰਾਜ ਸਾਹਿਬ ਨੇ ਬਖਸ਼ਿਸ਼ ਕਥਾ ਦੀ ਅਤੇ ਉਹਦੇ ਵਿੱਚ ਯਤਨ ਕੀਤਾ ਸੀ ਵੀ ਆਦਿ ਗੁਰੂ ਕਿਵੇਂ ਨੇ, ਸ਼ਬਦ ਅਵਤਾਰ ਗੁਰੂ ਗ੍ਰੰਥ ਸਾਹਿਬ ਕਿਵੇਂ ਨੇ। ਸਿੱਖਾਂ ਦਾ ਕਾਗਜ਼ਾਂ ਦਾ ਗੁਰੂ ਨਹੀਂ, ਪੀੜਾ ਰਮਾਲਾ ਚੌਰ ਗੁਰੂ ਨਹੀਂ। ਸੁਕਾਰ ਯੋਗ ਨੇ, ਧਨ ਸੁਕਾਗਤ ਕਲਮ ਧਨ, ਧਨ ਭਾਂਡਾ ਧਨ ਮਸ, ਧਨ ਲਿਖਾਰੀ ਨਾਨਕਾ ਜਨ ਨਾਮ ਲਿਖਾਇਆ। ਸੱਚ ਜੁਗੋ ਜੁਗ ਟਲ, ਸ੍ਰਿਸ਼ਟੀ ਦੀ ਰੱਬਤਾ ਸ਼ਬਦ ਤੋਂ ਹੋਈ ਹੈ। ਇਹਦੇ ਮਗਰ ਪ੍ਰਮਾਣ ਹਵਾਲੇ ਨੇ, ਹੁਣ ਦੇਣ ਦਾ ਸਮਾਂ ਨਹੀਂ, ਛੱਡ ਦਈਏ। ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਗੁਰੂਆਂ ਦੇ ਗੁਰੂ ਨੂੰ ਗੁਰੂ ਧਾਰਨ ਕਰਨਾ ਅਤੇ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਬਣਨਾ। ਕਲਗੀਧਰ ਪਿਤਾ ਮਹਾਰਾਜ ਸਾਹਿਬ ਦੇ ਪੁੱਤਰ ਬਣਨਾ ਹੈ। ਮਾਤਾ ਸਾਹਿਬ ਦੇਵਾਂ ਨੂੰ ਮਾਤਾ ਬਣਾਉਣਾ ਹੈ। ਅੰਮ੍ਰਿਤ ਛਕਣਾ ਅਤੇ ਗੁਰੂ ਕਾ ਹੁਕਮ ਵਜਾਉਣਾ। ਖੰਡੇ ਕੀ ਪਾਹੋਲ ਸਭ ਧਾਰੋ, ਬਨੋ ਖਾਲਸਾ ਭਰਮ ਨਿਵਾਰੋ। 5 ਕਕਾਰ ਕੀ ਰਹਿਤ ਕਰੀਜੈ ਰਖੀਜੈ, ਮੀਣ ਮਸੰਦ ਮੇਲ ਨ ਕੀਜੈ। ਮੀਣੇ ਔਰ ਮਸੰਦੀਏ ਮੋਨੇ, ਕੁੜੀ ਜੋ ਮਾਰ ਹੋਏ ਸਿੱਖ ਵਰਤਣ ਕਰੇ। ਅੰਤ ਕਰਾਂਗੇ ਖਵਾਰ ਬਚ ਜਾਵਾਂਗੇ, ਨਹੀਂ ਬਚਿਆ ਜਾਣਾ।
ਸੋ ਸਿਰ ਮੂੰਹ ਨਾ ਮਨਾਓ, ਕੇਸਾਂ ਦੀ ਬੇਅਦਬੀ ਨਾ ਕਰੋ, ਤੇ ਮੀਣ ਮਸੰਦੀਆਂ ਤੋਂ ਜਦੋਂ ਦੀ ਸਿੱਖੀ ਆਰੰਭ ਹੋਈ ਹੈ, ਸਿੱਖੀ ਦੇ ਵਿਰੋਧੀ ਵੀ ਉਦੋਂ ਦੇ ਹੀ ਆਰੰਭ ਹੋਏ ਨੇ। ਜਨਮ ਆਪਣਾ ਉਹ ਭਾਵ ਯਤਨ ਕਰੀ ਗਏ ਨੇ, ਜਨਮ ਸਾਖੀ ਵਿਖਾੜ ਦਿੱਤੀ, ਬਰਾਬਰ ਗੁਰੂ ਗ੍ਰੰਥ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਬਣਾਉਣ ਦੇ ਯਤਨ ਬੜਿਆਂ ਨੇ ਬੜੇ ਕੀਤੇ। ਸੋ ਪਹਿਲਾ ਪ੍ਰਤਾਪ ਪ੍ਰਕਾਸ਼ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਲੰਘ ਚੁੱਕਿਆ, ਮਨਾ ਨਹੀਂ ਸਕੇ ਆਪਾਂ। ਜੋਤੀ ਜੋਤ ਗੁਰੂ ਰਾਮਦਾਸ ਗੁਰਤਾ ਗੱਦੀ ਗੁਰੂ ਅਰਜਨ ਸਾਹਿਬ ਜੀ ਨੇ ਲੰਘ ਚੁੱਕਿਆ, ਮਨਾ ਨਹੀਂ ਸਕੇ ਆਪਾਂ। ਤੋ ਗੁਰਮੁਖੋ ਕਲਗੀਧਰ ਪਿਤਾ ਸੱਚਖੰਡ ਨੂੰ ਗਏ ਸੀ 1708 ਈਸਵੀ, ਲਿਖਤੀ ਤੌਰ 'ਤੇ ਯਾਦ ਰੱਖੋ। 1708 ਵਿੱਚੋਂ 1920 ਵਿੱਚ ਕਮੇਟੀਆਂ ਬਣੀਆਂ ਹੈ, ਤੇ 30 ਤੱਕ ਕੰਮ ਠੀਕ ਚੱਲਦਾ ਰਿਹਾ, ਤੇ ਫਿਰ ਵਿਗਾੜ ਪਾਉਣਾ ਸ਼ੁਰੂ ਕਰ ਦਿੱਤਾ, ਤੇ ਬੜਾ ਪੈ ਗਿਆ, ਤੇ ਬੜਾ ਹੋਰ ਇਹਨਾਂ ਪਾਉਣਾ ਹੈ। ਅਸੀਂ ਸਾਬਕਾ ਧਾਰ ਕਿਉਂ ਨਹੀਂ ਹੁੰਦੇ? ਇਹ ਨਾ ਹੋਵੇ ਸਿਫਤ ਸਲਾਹਨ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ, ਬੰਦਿਆਂ ਮਗਰ ਲੱਗ ਜਾਈਏ, ਫਿਰ ਮਨਮੁਖ ਦਾ ਦਰਜਾ ਮਿਲੂ, ਬੰਦਿਆਂ ਦਾ ਨਹੀਂ ਮਿਲੂ। ਜੋ ਮਰਜ਼ਾਦਾ ਗੁਰੂ ਸਾਹਿਬਾਂ ਬਣਾਈਆਂ ਉਹੀ ਚੱਲਣੀਆਂ ਚਾਹੀਦੀਆਂ। 220 ਸਾਲ ਦੇ ਕਰੀਬ ਸੋ ਅਕਾਲ ਤਖਤ ਦੇ ਜਥੇਦਾਰ ਤੇ ਹਰਿਮੰਦਰ ਸਾਹਿਬ ਦੇ ਹੱਡ ਗ੍ਰੰਥੀ, ਤੇ 5 ਤਖਤਾਂ ਦੀ ਮਰਜ਼ਾਦਾ ਇੱਕ ਰਹੀ ਹੈ। ਟਕਸਾਲਾਂ ਹੀ ਜ਼ਿੰਮੇਵਾਰ ਰਹੀਆਂ ਨੇ, ਮਨੀ ਸਿੰਘ ਤੋਂ ਚੱਲੀ ਤੇ ਬਾਬੇ ਦੀਪ ਸਿੰਘ ਤੋਂ ਚੱਲੀ। ਇਸੇ ਪ੍ਰਕਾਰ ਬੁੱਢਾ ਦਲ ਤੇ ਤਰਨਾ ਦਲ ਨਿਹੰਗ ਸਿੰਘ, ਮੱਸੇ ਰੰਗੜ ਵਰਗਿਆਂ ਦੇ ਸਿਰ ਵੱਢਣ ਵਾਲੇ, ਸਿਰ ਲੱਥੇ ਤੋਂ ਬਾਬਾ ਦੀਪ ਸਿੰਘ ਲੜਨ ਵਾਲੇ, ਬੰਦ ਕਟਾ ਕੇ ਸ਼ਹੀਦੀ ਪਾਉਣ ਵਾਲੇ ਮਨੀ ਸਿੰਘ, ਗੁਰਬਖਸ਼ ਸਿੰਘ ਸ਼ਹੀਦ ਟਕਸਾਲ ਦਾ ਮੁਖੀ ਸੀ ਬਾਬੇ ਦੀਪ ਸਿੰਘ ਤੋਂ ਦੂਜੇ ਨੰਬਰ 'ਤੇ, ਜਿਸ ਨੇ 30,000 ਫੌਜਣਾ 30 ਸਿੰਘ ਲੈ ਕੇ ਸਿਰ ਵੱਢੇ ਤੋਂ ਲੜਾਈ ਕੀਤੀ ਸੀ। ਇਹਨਾਂ ਦਾ ਇਸ ਪ੍ਰਕਾਰ ਥਾਂ ਰਿਹਾ ਹੈ ਕਿ ਸਿੱਖੀ ਦੇ ਵਿਰੋਧੀਆਂ ਦਿਹਾੜੇ ਵਿਗਾੜ ਦਿੱਤੇ, ਸੋ ਕਿੰਨੇ ਸੰਸਕਾਰ ਵਿਗਾੜ ਦਿੱਤੇ, ਕਿੰਨਾ ਨਿਤਨੇਮ ਵਿਗਾੜ ਦਿੱਤਾ। ਮੈਂ ਇਸ ਪਾਸੇ ਨਾ ਬਹੁਤਾ ਜਾਵਾਂ। ਸਤਿਗੁਰੂ ਕਿਰਪਾ ਕਰਨ, ਜਦੋਂ ਕਲਮ ਚੁੱਕੋਗੇ ਉਦੋਂ ਵਿਗਾੜ ਪੈਦਾ ਹੋਵੇਗਾ, ਨਵੀਂ ਮਰਜ਼ਾਦਾ ਆਰੰਭ ਕਰੋਗੇ ਵਿਗਾੜ ਪੈਦਾ ਹੋਵੇਗਾ, ਕਦੇ ਸੁਧਾਰ ਨਹੀਂ ਹੋਵੇਗਾ। ਯਾਦ ਰੱਖਿਓ ਸਾਰੇ ਵੀਰ ਮਾਈ ਭਾਈ, ਜਿਨ੍ਹਾਂ ਵਿੱਚੋਂ 3 ਤਖਤਾਂ 'ਤੇ ਕਬਜ਼ਾ ਉਹਨਾਂ ਵਿਰੋਧੀਆਂ ਦਾ ਹੋ ਚੁੱਕਾ, ਤੇ ਪਟਨਾ ਸਾਹਿਬ ਮਰਜ਼ਾਦਾ ਪੁਰਾਤਨ ਚਲੀ ਆਉਂਦੀ, ਕਲਗੀਧਰ ਦੀ ਚਲਾਈ ਹੋਈ, ਤੇ ਹਜ਼ੂਰ ਸਾਹਿਬ ਵਾਲੇ ਕੁਝ ਹੋਰ ਵੱਧ ਕਰਦੇ ਨੇ, ਉਹਨਾਂ ਦੀ ਮਰਜ਼ੀ ਹੈ। ਇਸ ਪ੍ਰਕਾਰ ਸਮਾਂ ਚੱਲਦਾ ਆਇਆ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ 1526 ਬਿਕਰਮੀ ਆਪ ਜੀ ਦਾ ਅਵਤਾਰ, ਰਾਏ ਭੋਜ ਦੀ ਤਲਵੰਡੀ, ਪਿਤਾ ਕਲਿਆਣ ਚੰਦ ਜੀ ਹੈ, ਮਾਤਾ ਤ੍ਰਿਪਤਾ ਜੀ ਦੀ ਕੁੱਖ ਤੋਂ ਆਪ ਜੀ ਨੇ ਜੀਵਾਂ ਨੂੰ ਭਾਗ ਲਾਇਆ ਹੈ। ਸਰੀਰ ਤੋਂ ਬਾਹਰ ਆਇਆ ਹੈ। ਅਵਤਾਰ ਮਾਂ ਦੇ ਗਰਭ ਵਿੱਚ ਨਹੀਂ ਆਉਂਦਾ, ਬਾਹਰ ਸਰੀਰ ਆਉਣ ਤੋਂ ਜੋਤ ਨੇ ਪ੍ਰਕਾਸ਼ ਕੀਤਾ ਹੈ, ਜਿਹਨੂੰ ਪੜ੍ਹਦੇ ਸੁਣਦੇ ਆਏ हैं। ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ, ਜਗ ਚਾਨਣ ਹੋਆ, ਜੋ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਵਾ। ਸਮ ਸੂਰਜ ਕੇ ਅਵਤਾਰ ਭਇਓ, ਹਮ ਸੇ ਜਨ ਪੰਕਜ ਜੋ ਬਿਖਸਾਏ। ਬਿਖਸਾਏ ਨਾਮ ਖਿੜਦਾ ਹੈ, ਪੰਕਜ ਨਾਮ ਫੁੱਲਦਾ ਹੈ। ਜਿਵੇਂ ਸੂਰਜ ਚੜ੍ਹਦਾ ਤੇ ਫੁੱਲ ਖਿੜਦਾ ਹੈ, ਕਵਲ ਫੁੱਲ, ਇਸ ਤਰ੍ਹਾਂ ਅਵਤਾਰ ਮਹਾਰਾਜ ਸਾਹਿਬ ਦਾ ਹੋਇਆ ਹੈ। ਅੰਮ੍ਰਿਤ ਵੇਲੇ ਮਨੇਰ ਸਾਰ, ਇੰਨਾ ਚਾਨਣ ਹੋਇਆ। ਸੋ ਇਸ ਪ੍ਰਕਾਰ ਸੰਸਾਰ ਭਾਗ 8 ਦੀਵੇ ਜਗਦੇ ਸਨ, ਉਹ ਦਿਸਣੋਂ ਹਟ ਗਏ। ਤੇ ਕਿੱਡੀ ਭਾਗਾਂ ਵਾਲੀ ਆਤਮਾ ਮਾਤਾ ਤ੍ਰਿਪਤਾ, ਜਿਹਨੂੰ ਉਸ ਰੱਬ ਅਕਾਲ ਦੀ ਮਾਤਾ ਬਣਨ ਦਾ ਮਾਣ ਮਿਲਿਆ। ਬੇਦੀ ਕੋਲ ਕਲਿਆਣ ਚੰਦ ਜੀ, ਚਾਚਾ ਲਾਲ ਚੰਦ ਜੀ, ਤੇ ਭੈਣ ਨਾਨਕੀ ਮਹਾਰਾਜ ਸਾਹਿਬ ਤੋਂ 5 ਸਾਲ ਵੱਡੇ ਸਨ, ਪਰ ਛੋਟਾ ਵੀਰ ਨਹੀਂ ਸੀ ਸਮਝਦੀ, ਰੱਬ ਸਮਝਦੀ ਸੀ। ਇਸ ਪ੍ਰਕਾਰ ਇਹ ਸਾਰਾ ਪਰਿਵਾਰ ਸੀ। ਬਾਲਕ ਅਵਸਥਾ ਦੀ ਲੀਲਾ, ਤੇ ਸਭ ਤੋਂ ਪਹਿਲਾਂ ਗੁਰੂ ਕਾ ਸਿੱਖ ਪੰਡਤ ਹਰਦਿਆਲ ਚੰਦ ਹੋਇਆ। ਯਾਦ ਰੱਖੋ ਸਾਰੇ ਵੀਰ ਮਾਈ ਭਾਈ, ਭੁੱਲ ਨਾ ਜਾਇਓ। ਬ੍ਰਾਹਮਣ ਮਤ ਵਾਲਿਓ, ਜੇ ਮੰਨਦੇ ਹੋ, ਜੇ ਸਹੀ ਮੈਨੇ ਜੇ ਸਮਝਦੇ ਹੋ, ਤੇ ਪਹਿਲਾ ਸੀਸ ਪੰਡਤ ਹਰਦਿਆਲ ਚੰਦ ਦਾ ਝੁਕਿਆ ਗੁਰੂ ਨਾਨਕ ਪਾਤਸ਼ਾਹ ਜੀ ਨੂੰ। ਪਹਿਲੇ ਦਿਨ ਕੋਮਲ ਚਰਨੇ, ਛੋਟਾ ਸਰੀਰ ਹੈ, ਜਦੋਂ ਦਰਸ਼ਨ ਚਾਹੇ ਤੇ ਫਿਰ ਮੱਥੇ ਟੇਕੀ ਜਾਂਦਾ, ਇੱਕ ਵਾਰੀ ਨਹੀਂ ਕਈ ਵਾਰੀ, ਬਾਰ-ਬਾਰ। ਉਸ ਮੌਕਾ ਕਲਿਆਣ ਚੰਦ ਨੇ ਪੁੱਛਿਆ ਕਿ ਕੀ ਕਾਰਨ ਪੰਡਤ ਜੀ ਬੜਾ ਖੁਸ਼ ਪ੍ਰਤੀਤ ਹੁੰਦਾ ਹੈ? ਕਹਿੰਦਾ ਤੇਰਾ ਪੁੱਤਰ ਅਵਤਾਰ ਹੈ, ਪਰ ਯਾਦ ਰੱਖੀ ਅਵਤਾਰ ਪਹਿਲਾਂ ਵੀ ਹੋਏ ਹੈ, ਉਹਨਾਂ ਵਰਗਾ ਨਹੀਂ। ਅਵਤਾਰ ਦੇ ਅਰਥ ਨੇ ਉਤਰਿਆ, ਅਵਤਾਰ ਦੇ ਅਰਥ ਨੇ ਪ੍ਰਗਟ ਹੋਇਆ, ਅਵਤਾਰ ਦੇ ਅਰਥ ਨੇ ਅਵਤਾਰ ਰੱਖਤੀ, ਅਵਤਾਰ ਵਿਪਤਾ ਵਿੱਚ ਪਿਆਂ ਦੀ ਰੱਖਿਆ ਕਰਨ ਲਈ, ਸਹਾਇਤਾ ਕਰਨ ਲਈ ਪ੍ਰਗਟ ਹੋਣਾ। ਪਰ ਉਹਨਾਂ ਅਵਤਾਰਾਂ ਵਰਗਾ ਨਾ ਸਮਝ ਲਵੀਂ।
राम कृष्ण अवतार जो हर का पूजत हिंद न माने, तुर का इच्छस को मानेगे दो, हिंदू मुस्लिम सिख होए सब को, इसके चरण पोत की न्याई, पार्थ परे परमार्थ पाई, बहुत नर को करे उधारा। जिन्हां चरनां ते मैं अपना सीस रख रिहा, ये पोत जहाज नूं कहिंदे है। जिहड़ा जहाज पानी ते तरदा है, उस जहाज की न्याई होणगे। इन्हां चरनां नाल ला के इन्नी दुनिया तारो जिन्नी गिणी नहीं जा सकती। विद्वानां दे कथन ने तारे ते गिनात हैं, तारे ना गिनात हैं। कोई आकाश दे तारे गिर रवे, गुरु नानक पातशाह तारे नहीं गिने जा सकते। अज भावें गढ़ बगदाद नवाए के मक्का मदीना सब नवाया, जित्ती नवखंड मेदनी सतनाम का चक्कर फिराया। आप जी प्रगट होए ते बालक लीला दे बड़े कौतक हजूर सच्चे पातशाह ने कीते। सो भैन नानकी वड्डी सी, आप जी 26 तो 32-33 के करीब पढ़न वास्ते गोपाल पांधे नूं शब्द उचार के पढ़ाया। बिरजनाथ पढ़दन नूं भलावें अखरां द्वारा पट्टी लिखी बाणी उचार के समझाया। कुतुबुद्दीन मौलवी नूं फारसी पढ़न भेजिया सी। जक अर्ज गुप्तों पेश तो दरगोश, कुन करतार हक्का कबीर करीम तो ब्याह परवदगार, शब्द उचार के समझाया। सारे दे गुरु बने, सारिਆਂ ਨੂੰ ਸਿੱਖਿਆ ਦਿੱਤੀ। ਜਿਹਦੇ ਕੋਲ ਵੀ ਮਹਾਰਾਜ ਸਾਹਿਬ ਜੀ ਨੂੰ ਪਿਤਾ ਜੀ ਨੇ ਭੇਜਿਆ। ਭੈਣ ਨਾਨਕੀ ਦਾ 38 'ਚ ਵਿਆਹ ਹੋ ਗਿਆ। ਮਹਾਰਾਜ ਸਾਹਿਬ ਤੋਂ 5 ਸਾਲ ਵੱਡੇ ਸੀ। ਗਿਣਤੀ ਕਰ ਲਓ 38 ਵਿੱਚ ਇਸ ਪ੍ਰਕਾਰ ਸਿਆਣੀ ਆਜੂ ਹੋ ਜਾਂਦੀ ਹੈ। ਅਤੇ ਪਿੱਛੇ ਰਵਾਇਤੀ ਵਿਆਹ ਕਿੱਥੇ ਹੋਇਆ? ਸੁਲਤਾਨਪੁਰ ਲੋਧੀ ਹੋਇਆ। ਕਿਹਦੇ ਨਾਲ ਹੋਇਆ? ਜੈ ਰਾਮ ਨਾਲ ਹੋਇਆ। ਜੈ ਰਾਮ ਦਾ ਪਿਤਾ ਪਰਮਾਨੰਦ ਹੈ। ਉਹਨਾਂ ਦੇ ਘਰ ਵਧਾਈਆਂ ਮਿਲੀਆਂ ਨੇ। ਜਦੋਂ ਭਾਵ ਉਹਨਾਂ ਸਮਿਆਂ ਦੇ ਰਿਵਾਜ ਅਨੁਸਾਰ 40 ਦੇ 41 ਤੋਂ ਮੁਕਲਾਵਾ ਤੋਰਿਆ। ਇਹ ਆਪਣੇ ਭਰਾ ਨਾਨਕ ਨੂੰ ਨਾਲ ਲੈ ਗਈ। 15 ਕੁ ਸਾਲ ਦੀ ਏਜ ਸੀ। 40-41 'ਚ ਆਪ ਜੀ ਪਹੁੰਚ ਗਏ ਨੇ। ਮੋਦੀ ਖਾਨੇ ਦੀ ਕਾਰ ਚਲਾਈ ਹੈ। ਫਿਰ ਮੂਲ ਚੰਦ ਖੱਤਰੀ ਪੱਖੋ ਕੇ ਰੰਧਾਵੇ, ਜੱਟਾਂ ਦਾ ਪਟਵਾਰੀ ਚੰਦੋ ਰਾਣੀ ਜਿਸ ਦੀ ਪਤਨੀ ਹੈ, ਸੁਲੱਖਣੀ ਜਿਨ੍ਹਾਂ ਦੀ ਪੁੱਤਰੀ ਹੈ। ਉਹਨਾਂ ਸਮਿਆਂ ਦਾ ਰਿਵਾਜ ਸੀ, ਲਾਗੀ ਬ੍ਰਾਹਮਣ ਆਦਿਕ ਤੋਰੇ ਜਾਂਦੇ ਸਨ। ਸੋ ਵਰ ਲੱਭਣ ਵਾਸਤੇ 10 ਭਾਈ ਸੁਲਤਾਨਪੁਰ ਲੋਧੀ ਚਲੇ ਗਏ। ਜੈ ਰਾਮ ਦੇ ਘਰ, ਨਾਨਕੀ ਆਦਿ ਦੇ ਘਰ ਪਰਮਾਨੰਦ ਨੂੰ ਮਿਲੇ। ਬੜਾ ਸਤਿਕਾਰ ਮਿਲਿਆ। ਦੱਸਿਆ ਵੀ ਅਸੀਂ ਨਾਨਕ ਵਾਸਤੇ ਰਿਸ਼ਤਾ ਲੈ ਕੇ ਆਏ ਹਾਂ। ਕਿਸੇ ਨੇ ਇਵੇਂ ਵੀ ਲਿਖਿਆ ਹੈ ਕਿ ਮਹਾਰਾਜ ਸਾਹਿਬ ਦੇ ਵਿਚੋਲੇ ਜੈ ਰਾਮ ਅਤੇ ਨਾਨਕੀ ਜੀ ਸਨ, ਜਾਂ ਲਾਗੀ ਸਮਝ ਲਓ ਕਿਸ ਤਰ੍ਹਾਂ ਵੀ ਲਿਖ। ਉਸ ਇਤਿਹਾਸ ਵਾਲਿਆਂ ਵੱਖਰੇ ਵੱਖਰੇ ਇਹ ਕਾਰਨ ਲਿਖੇ ਹੋਏ ਨੇ। ਉਸ ਮੌਕਾ ਭਾ ਪ੍ਰਸੰਨਤਾ ਹੋਈ, ਬੜੀ ਖੁਸ਼ੀ ਹੋਈ। ਸੁਨੇਹਾ ਭੇਜ ਦਿੱਤਾ ਰਾਏ ਭੋਏ ਤਲਵੰਡੀ ਕਲਿਆਣ ਚੰਦ ਦੇ ਘਰੇ ਕਿ ਤੇਰੇ ਪੁੱਤਰ ਦਾ ਸ਼ਗਨ ਪੈਣਾ ਅਤੇ ਆਓ ਸਾਰੇ। ਉਹਨਾਂ ਅੱਗੇ ਸੁਨੇਹਾ ਭੇਜ ਦਿੱਤਾ ਕਿੱਥੇ? ਗੁਰੂ ਨਾਨਕ ਪਾਤਸ਼ਾਹ ਦੇ ਨਾਨਕੇ ਨਗਰ। ਅਤੇ ਰਾਮਾ ਜੀ ਨਾਨਾ ਨੇ ਅਤੇ ਭਰਾਈ ਜੀ ਨਾਨੀ ਹੈ ਅਤੇ ਕ੍ਰਿਸ਼ਨਾ ਜੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਦਾ ਮਾਮਾ ਕਹਾਉਣ ਦਾ ਮਾਣ ਪ੍ਰਾਪਤ ਹੋਇਆ। ਤਿੰਨਾਂ ਕੁਲਾਂ ਨੂੰ ਬਹੁਤਾ ਮਾਣ ਹੈ। ਦਾਦਕੇ, ਨਾਨਕੇ ਅਤੇ ਸਹੁਰੇ। 7 ਦਾਦਕੇ, 7 ਨਾਨਕੇ, 7 ਸਹੁਰੇ। 3 7 ਇਕੱਠੇ ਕਰੀਏ ਤਾਂ 21 ਕੁਲਾਂ ਬਣਦੀਆਂ ਨੇ। 21 ਕੁਲਾਂ ਤਾਰਨ ਵਾਲਿਆਂ ਦੀ ਗਿਣਤੀ 'ਚ ਆਪਾਂ ਵੀ ਆਉਂਦੇ ਹਾਂ ਕਿ ਬਟਾਲੇ ਸ਼ਹਿਰ ਦੇ ਵਸਨੀਕ ਹਾਂ, ਜਿੱਥੇ ਮਹਾਰਾਜ ਸਾਹਿਬ ਜੀ ਵਿਆਹੁਣ ਵਾਸਤੇ ਆਏ ਸਨ। ਇਸ ਪ੍ਰਕਾਰ ਉਹ ਸਰੀਰ ਸਾਰੇ ਇਕੱਠੇ ਹੋਏ ਨੇ। ਕਲਿਆਣ ਚੰਦ ਜੀ, ਮਹਾਰਾਜ ਸਾਹਿਬ ਦੀ ਮਾਤਾ ਜੀ ਅਤੇ ਚਾਚਾ ਲਾਲ ਚੰਦ ਜੀ ਅਤੇ ਦਾਈ ਦੌਲਤਾਂ ਜੀ ਅਤੇ ਹੋਰ ਨਾਲ ਮਰਦਾਨਾ ਜੀ ਆਏ ਨੇ। ਪਹਿਲੀ ਵਾਰੀ ਗੁਰਮੁਖੋ ਮਰਦਾਨਾ ਜੀ ਗੁਰੂ ਨਾਨਕ ਪਾਤਸ਼ਾਹ ਤੋਂ 10 ਸਾਲ ਏਜ ਵਿੱਚ ਵੱਡੇ ਸੀ ਅਤੇ ਬਾਲਾ ਜੀ ਗੁਰੂ ਨਾਨਕ ਪਾਤਸ਼ਾਹ ਨਾਲੋਂ 3 ਸਾਲ ਛੋਟੇ ਸੀ। ਮਰਦਾਨਾ ਮਰਾਸੀ ਬਰਾਦਰੀ ਹੈ, ਮੁਸਲਮਾਨੀ ਮੱਤ ਹੈ, ਅਤੇ ਬਾਲਾ ਜੀ ਸੰਧੂ ਬਰਾਦਰੀ ਜੱਟ ਹੈ। ਮਹਾਰਾਜ ਸਾਹਿਬ ਦੀ ਬਹੁਤੀ ਸੇਵਾ ਬਾਲਾ ਜੀ ਨੇ ਲਈ ਹੈ। ਬਾਲਕ ਅਵਸਥਾ ਤੋਂ ਲੈ ਕੇ ਸਾਰੀ ਆਜੂ ਨਾਲ ਰਿਹਾ ਹੈ। ਅਤੇ ਆਖਰੀ ਗੁਰੂ ਅੰਗਦ ਸਾਹਿਬ ਮਹਾਰਾਜ ਸਾਹਿਬ ਦੇ ਕੋਲ ਜਾ ਕੇ ਖਡੂਰ ਸਾਹਿਬ ਮਹਾਰਾਜ ਸਾਹਿਬ ਦੀ ਜਨਮ ਸਾਖੀ ਲਿਖਾਈ ਹੈ, ਜਿਹਦਾ ਲੱਥਾ ਨਾਨਕ ਪ੍ਰਕਾਸ਼ ਕਵੀ ਸੰਤੋਖ ਸਿੰਘ ਨੇ ਕੀਤਾ ਹੈ। ਬੜਾ ਵਿਸਥਾਰ ਅੰਤਰਜਾਪਤਾ ਨਾਲ ਸਾਰੀ ਜ਼ਿੰਦਗੀ ਦੀ ਵਾਰਤਾ ਬਾਲਾ ਜੀ ਨੇ ਗੁਰੂ ਅੰਗਦ ਸਾਹਿਬ ਜੀ ਨੂੰ ਸੁਣਾਈ, ਜਿਸ ਤੋਂ ਇਤਿਹਾਸ ਦੀ ਆਰੰਭਤਾ ਹੋਈ ਹੈ। ਕਦੇ ਖਡੂਰ ਸਾਹਿਬ ਜਾਓਗੇ ਅਤੇ ਮੱਥਾ ਟੇਕ ਕੇ ਮੇਨ ਗੁਰਦੁਆਰੇ ਆ ਜਾਂਦੇ ਆ। ਹੋਰ ਥਾਂ ਵੀ ਵੇਖਿਆ ਕਰੋ, ਉੱਥੇ ਸਥਾਨ ਜਗ੍ਹਾ ਬਣੀ ਹੋਈ ਹੈ।
ਤੇ ਚਾਰ ਸਵੇਰੇ ਵਲਗਣਾ ਵਲਿਆ ਹੋਇਆ ਤੇ ਥੜਾ ਬਣਿਆ ਹੋਇਆ। ਕਿੱਥੇ? ਜਿੱਥੇ ਬਾਲਾ ਜੀ ਦਾ ਸੰਸਕਾਰ ਹੋਇਆ ਉਹ ਜਗ੍ਹਾ ਬਣੀ ਹੋਈ ਹੈ। ਤੇ ਸਿੱਖੀ ਦੇ ਵਿਰੋਧੀਆਂ ਨੇ ਡੰਗ ਇੱਥੇ ਵੀ ਮਾਰਨ ਤੋਂ ਸੰਕੋਚ ਨਹੀਂ ਕੀਤਾ ਕਿ ਮਰਦਾਨਾ ਹੈ ਹੀ ਕੋਈ ਨਹੀਂ, ਨਾਲ ਰਿਹਾ ਹੀ ਨਹੀਂ। ਜਨਮ ਸਾਖੀ ਲਿਖਵਾਈ ਹੈ, ਕਈ ਕੁਛ ਕੀਤਾ, ਥਾਨ ਬਣਿਆ ਹੋਇਆ ਹੈ, ਪਰ ਸੁਭਾਅ ਇਹੋ ਜਿਹਾ ਸੀ ਵੀ ਖਾਮੋਸ਼ ਰਹਿੰਦਾ ਸੀ, ਬਹੁਤਾ ਹਿੱਸਾ ਨਹੀਂ ਸੀ ਲੈਂਦਾ, ਜੋਗ ਜੋਗੀ ਬਚਨ ਕਰਦਾ ਸੀ। ਬਹੁਤੇ ਕੌਤਕ ਮਹਾਰਾਜ ਸਾਹਿਬ ਮਰਦਾਨਾ ਜੀ ਦੇ ਨਾਲ ਹੀ ਕੀਤੇ ਨੇ। ਤੇ ਮਰਦਾਨੇ ਦੇ ਨਾਂ 'ਤੇ ਦੋ ਸ਼ਬਦ ਵੀ ਮਹਾਰਾਜ ਸਾਹਿਬ ਜੀ ਗੁਰੂ ਅਰਜਨ ਸਾਹਿਬ ਜੀ ਨੇ ਦਰਜ ਕੀਤੇ ਨੇ ਗੁਰੂ ਗ੍ਰੰਥ ਸਾਹਿਬ ਜੀ ਅੰਦਰ। ਗੁਰੂ ਨਾਨਕ ਪਾਤਸ਼ਾਹ ਦਾ ਨਾਮ ਲੈ ਕੇ ਮਰਦਾਨਾ ਪਹਿਲਾ ਆਦਿਕ। ਇਸ ਪ੍ਰਕਾਰ ਇਹ 12 ਕੁ ਜੀ ਰਥਾਂ ਗੱਡਿਆਂ ਤੇ ਘੋੜਿਆਂ ਤੇ ਸਵਾਰ ਹੋ ਕੇ ਸੁਲਤਾਨਪੁਰ ਪਹੁੰਚੇ ਨੇ। ਮਹਾਰਾਜ ਸਾਹਿਬ ਜੀ ਨੂੰ ਸਗਨ ਆਦਿਕ ਵਾਲਾ ਉਹਨਾਂ ਸਮੇਂ ਦੇ ਰਿਵਾਜ ਅਨੁਸਾਰ ਕਾਰਜ ਪੂਰਾ ਕਰ ਦਿੱਤਾ ਗਿਆ। ਪਰਮਾਨੰਦ ਜੈ ਰਾਮ ਦੇ ਪਿਤਾ ਜੀ ਨੇ ਤੇ ਹੋਰ ਕਲਿਆਣ ਚੰਦ ਜੀ ਨੇ ਮਿਲ ਕੇ ਵਿਚਾਰ ਕੀਤੀ, ਮੂਲ ਚੰਦ ਜੀ ਹੁਣ ਵਿਵਾਹ ਨਿਯਤ ਕਰੋ। ਮੂਲ ਚੰਦ ਖੱਤਰੀ ਕਹਿਣ ਲੱਗਾ, ਜੀ 1 ਸਾਲ ਬਾਅਦ ਵਿਆਹ ਦੇਵਾਂਗਾ। ਉਸ ਵਿਆਹ ਦਾ ਦਿਨ ਸੋ ਬੰਸਾਵਲੀ ਲਿਖਣ ਵਾਲਿਆਂ ਨੇ 24 ਜੇਠ ਲਿਖਿਆ ਹੈ, ਕਿਸੇ ਨੇ ਹਾੜ ਸੁਦੀ ਸਤਵੀਂ ਲਿਖਿਆ, ਕਿਸੇ ਨੇ ਸਾਉਣ ਦਾ ਮਹੀਨਾ ਲਿਖਿਆ ਹੈ। ਇੱਕ ਪ੍ਰਕਾਰ ਨਹੀਂ ਇਹ ਹਵਾਲੇ ਮਿਲਦੇ। ਤੁਹਾਡੇ ਸਮੱਖ ਰੱਖਣ ਲਈ ਕਈ ਗ੍ਰੰਥ ਖੋਲ੍ਹਣੇ ਪੈਂਦੇ ਹੈ ਅਤੇ ਵੇਖਣੇ ਪੈਂਦੇ ਹਨ। ਖਾਰਹੋ ਵਿਚਾਰ ਸਾਲ ਗੁਜ਼ਰ ਗਿਆ ਹੈ, ਫਿਰ ਜਿਵੇਂ ਰਿਵਾਜ ਸੀ ਬ੍ਰਾਹਮਣ ਦੇ ਹੱਥੀਂ ਸਾਹਿਬ ਚਿੱਠੀ ਲਿਖ ਕੇ ਭੇਜੀ ਹੈ। ਸੋ ਇਹਨਾਂ ਦਿਨਾਂ 'ਤੇ ਜਿਹੜੇ ਆਪ ਦਾਸ ਨੇ ਇਸ਼ਾਰੇ ਕੀਤੇ ਨੇ ਤੇ ਅੱਜ ਮਨਾਉਣੇ ਹੈ, ਸਿਰ ਮੱਥੇ ਜਦੋਂ ਮਰਜ਼ੀ ਮਨਾ ਲਓ, ਚੰਗੀ ਗੱਲ ਹੈ। ਸਮੇਂ ਸਮੇਂ ਅਨੁਸਾਰ ਦਿਹਾੜੇ ਵਕਤ ਵਿਚਾਰੇ ਸੋ ਬੰਦਾ ਹੋਏ, ਵਕਤ ਵਿਚਾਰੇ ਨਾਨਕਾ ਬੰਦਾ ਕਹੀਏ ਸੋਏ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀਆਂ ਪੰਕਤੀਆਂ ਨੇ। ਮੁਕਤਸਰ ਸਾਹਿਬ ਦਾ ਜੰਗ 20 ਵਿਸਾਖ ਨੂੰ ਹੋਇਆ ਹੈ ਤੇ ਜੰਗਲ ਦੇਸ਼ ਉਸ ਨੂੰ ਕਿਹਾ ਜਾਂਦਾ ਹੈ। ਜੰਗਲੀ ਲੋਕ ਸੀ, ਜਾੜ ਬੜੀ ਸੀ, ਪੱਗ ਡੰਡੀਆਂ, ਚੰਗੇ ਰਾਹ ਵੀ ਨਹੀਂ ਸੀ, ਅੱਜ ਕੱਲ੍ਹ ਦੇ ਵਰਗਾ ਵਾਹ ਸਾਧਨ ਨਹੀਂ ਸੀ। ਇਸ ਪ੍ਰਕਾਰ ਲੰਗਰ ਸਿੰਘ ਨਾਮੇ ਇੱਕ ਭੁਜੰਗੀ ਸੀ ਉਸ ਸਮੇਂ ਦਾ ਸਿੰਘਾਂ ਦੇ ਵਿੱਚ। ਜਦੋਂ ਇਹ ਮੁਕਤਸਰ ਸਾਹਿਬ ਦਾ ਜੰਗ ਹੋਇਆ ਹੈ ਤੇ ਸਮਾਂ ਗੁਜ਼ਰਦਾ ਗਿਆ ਤੇ ਸਿੰਘਾਂ ਨੂੰ, ਗੁਰੂ ਕੇ ਦਲਾਂ ਨੂੰ ਉਸ ਨੇ ਸਾਰੇ ਹਵਾਲੇ ਨਿਸ਼ਾਨੀਆਂ ਦੱਸੀਆਂ ਵੀ ਇੱਥੇ ਸ਼ਹੀਦੀ ਪਾਈ ਗਈ ਹੈ, ਇੱਥੇ ਘੋੜਾ ਬੱਧਾ ਸੀ, ਇੱਥੇ ਰਕਾਬ ਟੁੱਟੀ ਸੀ, ਇੱਥੇ ਜੇ ਹੋਇਆ ਸੀ, ਇੱਥੇ ਆਹ ਹੋਇਆ ਸੀ। ਉਸ ਤੋਂ ਨਿਸ਼ਾਨੀਆਂ ਕਾਇਮ ਕੀਤੀਆਂ ਤੇ ਮੁਕਤੀ ਦਾ ਸਰ ਸਰੋਵਰ, ਅੰਮ੍ਰਿਤ ਦਾ ਸਰ ਸਰੋਵਰ ਅੰਮ੍ਰਿਤਸਰ ਥਾਂ ਪਰ ਥਾਂ ਹਜ਼ੂਰ ਨੇ ਬਖਸ਼ਾਂ ਕੀਤੀਆਂ ਨੇ। ਫਿਰ ਸਿੰਘਾਂ ਨੇ, ਦਲਾਂ ਨੇ ਮਿਲ ਕੇ ਵਿਚਾਰ ਕੀਤੀ ਵੀ ਇਹਨਾਂ ਦਿਨਾਂ 'ਚ ਦਿਹਾੜਾ ਮਨਾਉਣਾ ਕੁਝ ਮਹਿੰਗਾ ਪਊ, ਔਖਾ ਪਊ। ਤੁਰ ਕੇ ਜਾਣ ਦੇ ਸਾਧਨ ਸੀ ਤੇ 20 ਕੋਹ ਤੱਕ ਪਾਣੀ ਨਹੀਂ ਸੀ ਮਿਲਦਾ, ਸਾਧਨ ਹੋਰ ਗੱਡੀਆਂ ਊਠਾਂ ਤੋਂ ਬਿਨਾਂ ਹੁੰਦੇ ਨਹੀਂ ਸੀ। ਆਪਾਂ ਇਹ ਦਿਹਾੜਾ ਮਾਘ ਦੀ ਸੰਗਰਾਂਦ 'ਤੇ ਮਨਾਇਆ ਕਰੀਏ। ਹੋ ਸਕਦਾ ਇਹਨਾਂ ਦਿਨਾਂ ਨੂੰ ਤਾਂ ਪੁਰਾਣੇ ਆਪਣੇ ਬਜ਼ੁਰਗਾਂ ਨੇ ਇਹ ਦਿਨ ਨਿਯਤ ਕੀਤਾ ਹੋਵੇ ਜੋ ਆਪ ਜੀ ਮਨਾਉਂਦੇ ਹੋ। ਵਾਢੀਆਂ ਕਰਦਿਆਂ ਸਮਾਂ ਲੱਗ ਜਾਂਦਾ, ਕਣਕਾਂ ਗਾਉਂਦਿਆਂ ਸਮਾਂ ਲੱਗ ਜਾਂਦਾ, ਫਿਰ ਭਾਵ ਧੜਾਂ ਡਾਉਣੀਆਂ, ਤੂੜੀ ਢੋਣੀ, ਫਿਰ ਭੁਰਲ ਪਿਆ ਰਹਿਣਾ ਸਾਉਣ ਦੇ ਮਹੀਨੇ ਤੱਕ। ਇਹੋ ਜਿਹੇ ਰਜੀਵੇਂ ਹੁੰਦੇ ਸੀ ਜ਼ਿਮੀਂਦਾਰਾਂ ਤੇ ਹੋਰ ਇਲਾਕੇ ਦਿਆਂ ਨੂੰ। ਤਾਂ ਇਸ ਪ੍ਰਕਾਰ ਇਹ ਦਿਨ ਬਦਲੇ ਜਾਂਦੇ ਨੇ। ਕਈ ਹੋਰ ਵੀ ਇਸ ਤਰ੍ਹਾਂ ਬਦਲੇ ਹੋਏ ਨੇ। ਖਾਰਹੋ ਵਿਚਾਰ ਦਿਨ ਨਿਯਤ ਹੋਇਆ ਹੈ, ਅੱਜ ਦਾ ਲੈ ਲਓ ਜਾਂ ਛਾਰੇ ਕੀਤੇ ਦਾਸ ਨੇ ਕੋਈ ਹੋਰ ਲੈ ਲਓ। ਫਿਰ ਬਰਾਤ ਚੜ੍ਹ ਕਰਕੇ ਸੁਲਤਾਨਪੁਰ ਲੋਧੀ ਤੋਂ ਇਸ ਥਾਂ 'ਤੇ ਆਈ ਹੈ। ਪੱਖੋ ਕੇ ਰੰਧਾਵੇ ਬਹੁਤਾ ਭਾਰੀ ਲਿਖਿਆ ਹੈ। ਬਟਾਲਾ ਸ਼ਹਿਰ ਬੜਾ ਭਾਗਾਂ ਵਾਲੀ ਆਤਮਾ। ਇਸ ਥਾਂ 'ਤੇ ਗੁਰੂ ਨਾਨਕ ਪਾਤਸ਼ਾਹ ਆਪ ਰੱਬ, ਆਪ ਪਰਮੇਸ਼ਰ ਵਿਆਹ ਕਰਨ ਵਾਸਤੇ ਆਇਆ। ਰੱਬ ਨੂੰ ਕੀ ਲੋੜ ਪੈ ਗਈ? ਗੁਰਮੁਖੋ ਅਕਾਲ ਨਿਰੰਕਾਰ ਜੀ ਦਾ ਸਰੀਰ ਨਹੀਂ ਦਿਸਦਾ, ਜਿਹਦਾ ਵਜੂਦ ਨਹੀਂ ਦਿਸਦਾ, ਪਰ ਗੰਮੀ ਸ਼ਕਤੀ ਹੈ। ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਬਣਾ, ਸੋ ਪ੍ਰਭ ਚਿਤਨ ਆਵੀ ਕਿਤੜਾ ਦੁੱਖ ਗਣਾ। ਤੇ ਥਾਲ ਥੱਲੇ ਧਰਤੀ ਤੇ ਖੁਸ਼ਕ ਧਰਤੀ ਤੇ ਤਰ ਧਰਤੀ ਤੇ ਪਹਾੜ, ਰੁੱਖਾਂ ਦਰਖਤਾਂ ਸਾਰਿਆਂ ਵਿੱਚ ਜਿਹੜਾ ਮਿਲਿਆ ਹੋਇਆ ਹੈ ਉਹਨੂੰ ਜਲ ਥਲ ਮਹੀਲ, ਮਹੀ ਧਰਤੀ ਨੂੰ ਕਹਿੰਦੇ, ਅਲ ਆਕਾਸ਼ ਨੂੰ ਕਹਿੰਦੇ। ਸਾਰੀ ਥਾਈਂ ਪਰਾ ਪੂਰਬ, ਪੂਰਬ ਹੈ, ਪੂਰਨ ਹੈ, ਹਰ ਥਾਂ 'ਤੇ ਘੱਟ ਨਹੀਂ ਕਿਤੇ ਵੀ। ਸੋ ਇਸ ਪ੍ਰਕਾਰ ਨਾ ਘਾਟ ਹੈ, ਨਾ ਬਾੜ ਹੈ, ਨਾ ਬਾੜ ਘਾਟ ਹੋਤ ਹੈ। ਏਕੋ ਸਿਮਰੋ ਨਾਨਕਾ ਜੋ ਜਲ ਥਲ ਰਿਹਾ ਸਮਾਏ, ਦੂਜਾ ਕਾਹੇ ਸਿਮਰਿਆ ਜੰਮੇ ਤੇ ਮਰ ਜਾਏ। ਉਹ ਅਕਾਲ ਪੁਰਖ ਵੀ ਜਿਹੜਾ ਦਿਸਦਾ ਨਹੀਂ, ਉਹ ਵੀ ਗ੍ਰਸਤੀ ਹੈ।
ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਪੰਕਤੀਆਂ, ਗ੍ਰਸਨ ਮੈਂ ਤੂੰ ਵੱਡੋ ਗ੍ਰਸਤੀ, ਤੂੰ ਸਭ ਤੋਂ ਵੱਡਾ ਗ੍ਰਸਤੀ ਹੈ। ਤੇਰਾ ਵਿਆਹ ਕਿਹਦੇ ਨਾਲ ਹੋਇਆ ਜੀ? ਕਾਲ ਪੁਰਖ ਨੂੰ ਪੁੱਛਦੇ ਨੇ, ਕਹਿੰਦੇ ਮਾਇਆ ਨਾਲ ਹੋਇਆ ਹੈ। ਏਕਾ ਮਾਈ ਜੁਗਤ ਵਿਆਹੀ, ਤਿੰਨ ਚੇਲੇ ਪ੍ਰਮਾਣ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀ ਬਾਣ, ਜਿਵ ਸੁਭਾਵੈ ਤਿਵੇਂ ਚਲਾਵੈ, ਜਿਵ ਹੋਵੇ ਫਰਮਾਨ। ਮਾਈ ਮਾਇਆ ਗੰਮੀ ਸ਼ਕਤੀ ਤੇ ਜੁਗਤ ਨਾਮ ਹੈ ਜੁੜਨ ਦਾ। ਵਿਆਹ ਹੋਇਆ, ਜੁਗਤ ਜੁੜੇ ਨੇ, ਪ੍ਰਸੂਤਾ ਭਾਵ ਨੂੰ ਪ੍ਰਾਪਤ ਹੋਈ ਹੈ। ਤਿੰਨ ਬੱਚਿਆਂ ਨੂੰ ਜਨਮ ਦਿੱਤਾ, ਇਹਨੂੰ ਚੇਲੇ ਕਹਿ ਲਓ, ਬੱਚੇ ਕਹਿ ਲਓ, ਤਿੰਨ ਗੁਣ ਕਹਿ ਲਓ, ਰਜੋ ਗੁਣ, ਤਮੋ ਗੁਣ, ਸਤੋ ਗੁਣ। ਇੱਕ ਸੰਸਾਰੀ, ਸੰਸਾਰ ਦੀ ਭਾਵ ਘਾੜਤ ਨੂੰ ਘੜਨ ਵਾਲਾ, ਜਾਂਚੇ ਦੁਆਰੇ ਬ੍ਰਹਮਾ ਚਤੁਰ ਮੁਖ ਡਾਵੜਾ, ਜਿਨ ਵਿਸ਼ਵ ਸੰਸਾਰ ਰਾਚੀ ਲੈ। ਭਗਤ ਤਰਲੋਚਨ ਜੀ ਦੇ ਬਚਨ ਨੇ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ। ਡੋਲ ਡੋਲ ਕੇ ਰੱਖੀ ਜਾਣਾ, ਜਿਵੇਂ ਘੁਮਿਆਰ ਭਾਂਡੇ ਬਣਾ ਬਣਾ ਡੋਲ ਡੋਲ ਰੱਖੀ ਜਾਂਦਾ ਹੈ। ਫਿਰ ਰੰਗ ਦਿੱਤਾ ਜਾਂਦਾ, ਫਿਰ ਭੱਠੀ 'ਚ ਪਕਾਇਆ ਜਾਂਦਾ ਹੈ। ਚਤੁਰ ਚਾਰ ਮੂੰਹਾਂ ਵਾਲਾ, ਭੰਡਾਰੀ ਭੰਡਾਰੇ ਦੇਣ ਵਾਲਾ ਵਿਸ਼ਨੂੰ ਭਗਵਾਨ, ਪਾਲਣਾ ਕਰਨ ਵਾਲਾ ਸਾਰਿਆਂ ਦੀ, ਲਯਤਾ ਕਰਨ ਦਾ, ਸ਼ਿੰਗਾਰ ਕਰਨ ਦਾ, ਜਿਹਦਾ ਭਾਵ ਜ਼ਿੰਮੇਵਾਰੀ ਤੇ ਡਿਊਟੀ ਲੱਗੀ ਕਾਲ ਪੁਰਖ ਵੱਲੋਂ, ਉਹ ਸ਼ਿਵ ਜੀ ਹੈ। ਸਾਰਿਆਂ ਤੋਂ ਲੰਬੀ ਉਮਰ ਦਾ ਮਾਲਕ ਹੈ। ਇੱਕ ਸੰਸਾਰ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਤਿੰਨ ਗੁਣ, ਸਾਰੇ ਆਪਾਂ ਤਿੰਨਾਂ ਗੁਣਾਂ 'ਚ ਹੀ ਹੈ। ਮੇਰੇ ਵਰਗੇ ਤਮੋ ਗੁਣੀ ਕ੍ਰੋਧੀ, ਵਿਸ਼ੇ ਵਿਕਾਰਾਂ ਦੇ ਸੜੇ 84 ਭੋਗਦੇ ਜਿਹੜੇ ਦੁਨੀਆ 'ਤੇ ਆਏ ਨੇ, ਤੇ ਰਜੋ ਗੁਣੀ ਨੇ ਪ੍ਰਭਤਾ ਵਡਿਆਈ ਦੀ, ਚੌਧਰ ਦੀ ਭੁੱਖ ਹੀ ਨਹੀਂ, ਮੰਗਤਿਆਂ ਦੇ ਮੰਗਤੇ, ਕੁਰਸੀ ਦੇ ਭੁੱਖੇ। ਇਸ ਪ੍ਰਕਾਰ ਬੰਦਿਆਂ ਤੋਂ ਬੰਦੇ ਆਏ ਨੇ। ਤੇ ਸਤੋ ਗੁਣੀ ਸਵਰਗ ਭੋਗ ਕੇ ਭਾਗਾਂ ਵਾਲੀਆਂ ਆਤਮਾ ਧਰਤੀ ਦੀ ਆਈਆਂ, ਸੱਚਾ ਤੇ ਮਿੱਠਾ ਤੇ ਪਰਉਪਕਾਰੀ ਸੁਭਾਅ ਹੋਣਾ। ਇਹ ਮਗਰ ਮਗਰ ਨਿਸ਼ਾਨੀਆਂ ਤੇ ਲੱਖਣ ਮਿਲਦੇ ਨੇ। ਮੈਂ ਇਸ ਵਿਸਾਰ ਵਿੱਚ ਨਾ ਮਿਲਾਂ ਬਣਾ, ਧੰਨ ਅਕਾਲ ਪੁਰਖ ਨਿਰੰਕਾਰ ਆਪ ਗ੍ਰਸਤੀ ਬਣੇ। ਮਾਇਆ ਨਾਲ ਸ਼ਕਤੀ ਨਾਲ ਜੁੜ ਕੇ ਸਾਰੀ ਸ੍ਰਿਸ਼ਟੀ ਤਿੰਨ ਗੁਣ ਪੈਦਾ ਕੀਤੇ, ਸਾਰੀ ਧਰਤੀ ਜਿਨ੍ਹਾਂ ਤੋਂ ਚੱਲ ਰਹੀ ਹੈ। ਇਸ ਪ੍ਰਕਾਰ ਗੁਰਮੁਖੋ ਫਿਰ ਵਿਵਾਹ ਦਾ ਸਮਾਂ ਆਇਆ। ਕਵੀ ਸੰਤੋਖ ਸਿੰਘ ਨੇ ਨਾਨਕ ਪ੍ਰਕਾਸ਼ ਵਿੱਚ ਵੇਦੀ ਨਾਲ ਫੇਰੇ ਲਿਖਿਆ ਹੈ, ਤੇ ਕਿਸੇ ਨੇ ਕੁਝ ਵੀ ਨਹੀਂ ਲਿਖਿਆ। ਗਿਆਨੀ ਗਿਆਨ ਸਿੰਘ ਨੇ ਕੇਵਲ ਵਿਆਹ ਹੀ ਲਿਖਿਆ, ਕਿਸੇ ਨੇ ਕੁਝ ਹੋਰ ਲਿਖਿਆ ਹੋਵੇਗਾ। ਸਾਲ ਵਾਲੇ ਬ੍ਰਹਮ ਅਵਸਥਾ ਦੇ ਮਾਲਕ, ਅੰਤਰਜਾਮਤਾ ਦੀ ਸ਼ਕਤੀ ਰੱਖਣ ਵਾਲੇ, ਮਰੇ ਜਿਉਂਦੇ ਕਰਨ ਦਾ ਮਦ ਰੱਖਣ ਵਾਲੇ, ਗਿਆਨ ਸਤਿਕਾਰਯੋਗ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ, ਗਿਆਨੀ ਗੁਰਬਚਨ ਸਿੰਘ ਜੀ ਮੈਂ ਸਾਖੀਆਂ ਦੁਰਿਆਵਾਂ, ਇਹ ਨਹੀਂ ਅਪਣਾਇਤ ਕਰਕੇ ਬੜੀਆਂ ਗੰਮੀ ਸ਼ਕਤੀਆਂ ਦੇ ਮਾਲਕ ਹੋਏ ਸੀ। ਪਰ ਆਪਣਾ ਆਪ ਜਿਨ੍ਹਾਂ ਨੇ ਜਣਾਇਆ ਨਹੀਂ, ਉਹਨਾਂ ਲਿਖਿਆ ਹੈ ਕਿ ਮਹਾਰਾਜ ਸਾਹਿਬ ਦਾ ਵਿਵਾਹ ਉਸ ਮੌਕਾ ਪੰਡਿਤ ਹਰਦਿਆਲ ਚੰਦ, ਜਿਹਨੇ ਸਭ ਤੋਂ ਪਹਿਲਾਂ ਮੱਥਾ ਟੇਕਿਆ ਸੀ, ਜਨੇਊ ਵੇਲੇ ਵੀ ਉਹੀ ਸਾਹਮਣੇ ਆਇਆ ਸੀ। ਜਨੇਊ ਪਾਉਣ ਵੇਲੇ ਪਾਈ ਚੌਂਕੜ ਮੁੱਲ ਅਣਾਇਆ, ਬਹਿ ਚੌਂਕਾ ਪਾਇਆ, ਸਿੱਖਾਂ ਕੰਨ ਚੜਾਈਆਂ, ਗੁਰ ਬ੍ਰਾਹਮਣ ਥਿਆ, ਉਹ ਮੂਆ ਉਹ ਝੜ ਪਿਆ, ਵੇ ਤੱਗਾ ਗਿਆ। ਇਹ ਤਾਂ ਆਦਿਕ ਪੰਕਤੀਆਂ ਉਸ ਪੰਡਿਤ ਹਰਦਿਆਲ ਚੰਦ ਨੂੰ ਬਖਸ਼ ਕੀਤੀਆਂ ਸੀ, ਸਾਡੇ ਸਾਰਿਆਂ ਵਾਸਤੇ ਬਾਣੀ 'ਚ ਲਿਖੀਆਂ ਹੋਈਆਂ ਹੈ। ਇਸ ਪ੍ਰਕਾਰ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਸੋ ਪੜ੍ਹਨ ਵੇਲੇ ਵੀ ਪੜ੍ਹਾਇਆ, ਤੇ ਵਿਵਾਹ ਵੇਲੇ ਵੀ ਉਭਰਿਆ, ਬਰਾਤ ਦੇ ਨਾਲ ਆਇਆ। ਉਹਦੀ ਮੰਗ ਸੀ ਜਨਮ ਵੇਲੇ ਕਿ ਮਹਾਰਾਜ ਸਾਹਿਬ ਕਿਰਪਾ ਕਰਕੇ ਤੁਸੀਂ ਮੈਨੂੰ ਦਰਸ਼ਨ ਦਿੱਤੇ ਨੇ, ਤੇ ਮੈਂ ਜਾਣ ਗਿਆ ਸਭ ਤੋਂ ਪਹਿਲਾਂ ਜੋਰਸ ਵਿਦਿਆ ਅਨੁਸਾਰ, ਪਰ ਕਿਰਪਾ ਕਰਿਓ ਮੇਰੀ ਏਜ ਲੰਬੀ ਕਰ ਦਿਓ, ਮੈਂ ਤੁਹਾਡੇ ਬਹੁਤੇ ਨਹੀਂ ਤੇ ਕੁਝ ਕੌਤਕ ਜ਼ਰੂਰ ਵੇਖ ਸਕਾਂ। ਉਹ ਪੰਡਿਤ ਜੀ ਨਾਲ ਸੀ। ਤਿਆਰੀ ਹੋਈ ਹੈ, ਵੇਦੀ ਗੱਡੀ ਹੈ, ਅੱਗ ਬਾੜੀ ਹੈ, ਜੁਜਰ ਵੇਦ 'ਚ ਰੀਤੀਆਂ ਲਿਖੀਆਂ ਹੋਈਆਂ। ਕਿਹੋ ਜਿਹੀਆਂ? ਇਹੋ ਜਿਹੀਆਂ ਕਿ ਲਾਲ ਰੰਗ ਦੇ ਗਊ ਦੀ ਖੱਲ ਲਾਈ ਹੁੰਦੀ, ਤੇ ਵੇਦੀ ਵਿੱਚ ਅਗਨੀ ਬਾਲਦੇ, ਤੇ ਵੇਦਾਂ ਦੀਆਂ ਰਿਸ਼ਾਂ ਪੜ੍ਹਦੇ, ਤੇ ਖੱਲ ਥੱਲੇ ਬੱਚੀ ਦੇ ਬੱਚੇ ਦੇ ਵਸਾਉਂਦੇ, ਫਿਰ ਅਗਨੀ ਦੁਆਲੇ ਫੇਰੇ ਦਬਾਉਂਦੇ। ਗੁਰੂ ਨਾਨਕ ਪਾਤਸ਼ਾਹ ਲਿਖਦੇ ਫਕੀਰ ਨੇ ਸੀ, ਅਸੀਂ ਬਣੀ ਜਾਂਦੇ ਹਾਂ, ਬਣੀ ਜਾਓ ਤੁਹਾਡੀ ਮਰਜ਼ੀ। ਲਿਖਦੇ ਫਕੀਰ ਨਹੀਂ ਬਣਨਾ, ਇਤਿਹਾਸ ਨੂੰ ਮੁੱਖ ਰੱਖ ਕੇ ਆਪਾਂ ਚੱਲਣਾ ਹੈ। ਮਹਾਰਾਜ ਸਾਹਿਬ ਨੇ ਨਾ ਕਰਤੀ, ਜਿਹਦੇ ਦੁਆਲੇ ਫੇਰੇ ਲਈਏ। ਤੁਹਾਨੂੰ ਅਰਥ ਦਾ ਪਤਾ ਹੈ? ਕਹਿੰਦੇ ਨਹੀਂ, ਅਰਥ ਇਹ ਹੈ ਕਿ ਵਾਰਨਾ, ਆਪਣਾ ਆਪ ਅਰਪਣਾ, ਚੜਾਉਣਾ। ਤਨ ਮਨ ਤੇਰਾ, ਧਨ ਵੀ ਤੇਰਾ, ਤੂੰ ਠਾਕੁਰ ਸੁਆਮੀ ਪ੍ਰਭ ਮੇਰਾ। ਅਗਨੀ ਕੋਈ ਮੇਰਾ ਗੁਰੂ ਨਹੀਂ, ਮੈਂ ਇਹਦੇ ਦੁਆਲੇ ਫੇਰੇ ਲਵਾਂ। ਪਾਣੀ ਵੀ ਇੱਕ ਤੱਤ ਹੈ, ਆਕਾਸ਼ ਵੀ ਇੱਕ ਤੱਤ ਹੈ, ਧਰਤੀ ਵੀ ਇੱਕ ਤੱਤ ਹੈ, ਮੈਂ ਅਗਨੀ ਦੁਆਲੇ ਫੇਰੇ ਨਹੀਂ ਲਵਾਂਗਾ। ਬੜੇ ਦੁਖੀ ਹੋਏ ਪੰਡਿਤ ਜਨੇਊ ਵੇਲੇ ਵੀ ਸਾਡੀ ਬੇਇੱਜ਼ਤੀ ਕਰ, ਸੱਚ ਬੋਲਣਾ ਬੇਇੱਜ਼ਤੀ ਸਮਝਦੇ ਹੈ। ਵਿਆਹ ਵੇਲੇ ਵੀ ਨਵੀਆਂ ਗੱਲਾਂ ਸੁਣਾਉਂਦਾ, ਨਾ ਕਰਦਾ, ਕੀ ਕਰੀਏ।
ਮੂਲ ਚੰਦ ਨੂੰ ਆਪਣੇ ਅਨੁਸਾਰ ਹੀ ਬਣਾ ਲਿਆ। ਕੱਚੀ ਮਾੜੀ ਕੰਧ ਨਾਮ ਵੀ ਹੋਣੇ ਆਦਮੀ, ਕਲਰ ਕੰਧ ਗ੍ਰੰਥ ਵਿਣ ਨਾਮੇ ਕਿਉਂ ਛੁੱਟੀਏ। ਜਾਇਰ ਸਾਤਲ ਅੰਤ ਕੰਧ ਕੋਲ ਬਿਠਾਇਆ ਸੀ, ਤੇ ਪਿੱਛੇ ਬੰਦੇ ਭੇਜ ਕੇ ਕੰਧ ਉੱਪਰ ਸੁੱਟ ਦਈਏ। ਸਦਾ ਲਈ ਇਹਦਾ ਪਾਸਾ ਬਦਲ ਜਾਵੇ, ਸਾਡੇ ਕੋਲੋਂ ਕੰਮ ਲੈ ਜਾਵੇ, ਸਾਡਾ ਤੋਰੀ ਫੁਰਕਾ ਚੱਲਦਾ ਰਹੇ। ਇਸ਼ਾਰੇ ਕਰਨ ਲੱਗੀ ਮਾਤਾ ਭੰਡਾਰੀ ਗੋਤ ਵਾਲੀ, ਪੁੱਤਰ ਉੱਠ ਪੋ, ਜਲਦੀ ਉੱਠ ਪੋ, ਇਸ਼ਾਰੇ ਕਰਦੀ ਹੈ। ਸੋ ਨਹੀਂ ਮਾਤਾ, ਇਹ ਕੰਧ ਡਿੱਗਣ ਵਾਲੀ ਨਹੀਂ, ਸਦੀਆਂ ਤੱਕ ਰਹਿਣ ਵਾਲੀ ਹੈ, ਸਾਡੇ ਵਿਆਹ ਦੀ ਨਿਸ਼ਾਨੀ। ਸੰਗਤਾਂ ਨੂੰ ਪਤਾ ਲੱਗੂ ਵੀ ਲੀਗ ਦੇ ਫਕੀਰ ਨਹੀਂ ਸੀ ਬਣੇ, ਅਸੀਂ ਬਣੀ ਜਾਂਦੇ ਹਾਂ। ਵੇਖੋ ਵੇਖੀ ਬਣੀ ਜਾਂਦੇ ਹਾਂ, ਖੁਸ਼ਾਮਦੀ ਕਰੀ ਜਾਂਦੇ ਹਾਂ। ਪੰਡਤ ਹਰਦਿਆਲ ਚੰਦ ਨੇ ਹੱਥ ਜੋੜ ਕੇ ਬੇਨਤੀ ਕੀਤੀ ਸੀ, ਕਿਸ ਤਰ੍ਹਾਂ ਵਿਆਹ ਕਰੋਗੇ। ਤੇ ਮਹਾਰਾਜ ਸਾਹਿਬ ਕਹਿੰਦੇ ਫਿਰ ਕਾਗਜ਼ ਲਿਆਓ, ਉਸ ਉੱਪਰ ਮੂਲ ਮੰਤਰ ਲਿਖਿਆ, ਗੁਰ ਪ੍ਰਸਾਦ ਤਾਂ ਕਾਲ ਪੁਰਖ ਦੀ ਦੇਣ ਹੈ, ਤੇ ਨਾਨਕ ਹੋਸੀ ਵੀ ਸੱਚ ਤਾਂ ਗੁਰੂ ਨਾਨਕ ਪਾਤਸ਼ਾਹ ਦੀ ਦੇਣ ਹੈ। ਤੇ ਇੱਕ ਲੱਖ ਇੱਕ ਪੌੜੀ ਇਕੱਠੀ ਬਣ ਜਾਂਦੀ ਹੈ, ਦੋ ਹਿੱਸੇ ਨੇ ਇਸ ਦੇ। ਇਹਦੀ ਵਿਚਾਰ ਕਰਨ ਦੀ ਵੀ ਆਪਾਂ ਨੂੰ ਫਿਰ ਲੋੜ, ਅੱਗੇ ਕਾਸ਼ਤ ਭਰੀ ਹੋਈ ਹੈ, ਸਾਰਿਆਂ ਕਿੱਥੇ ਸੁਣਨੀ ਹੈ, ਕਦੋਂ ਗਿਆਨ ਹਾਸਲ ਕਰਨਾ ਹੈ। ਖਰੋ ਵਿਚਾਰ ਕਈ ਕਹਿੰਦੇ ਵੀ ਨਹੀਂ, ਸੱਚਖੰਡ ਬਾਅਦ ਵਿੱਚ ਗਏ ਸੀ, ਮੂਲ ਮੰਤਰ ਬਾਹਰ ਚਲੇ ਆਉਂਦਾ। ਮੂਲ ਮੰਤਰ ਤੇ ਸਰਯੁਗ ਤੋਂ ਲੈ ਕੇ ਚਲਿਆ ਆਉਂਦਾ ਹੈ, ਤੇਰੀਆਂ ਪਿਛਲੀਆਂ ਯੁੱਗਾਂ ਤੋਂ ਲੈ ਕੇ ਚਲਿਆ ਆਉਂਦਾ ਵਾਹਿਗੁਰੂ। ਤੇ ਮੂਲ ਮੰਤਰ ਭਾਵੇਂ ਸੱਚਖੰਡ ਕਾਲ ਪੁਰਖ ਪਾਸੋਂ ਲਿਆਂਦਾ ਹੈ, ਜਿਹਦੇ ਸਮਗਰ ਅਰਥ ਲੰਮੇ ਚੌੜੇ ਨੇ। ਜੰਮਣ ਤੋਂ ਰਹਿਤ, ਮਰਨ ਤੋਂ ਰਹਿਤ, ਜੂਨਾ ਤੋਂ ਰਹਿਤ, ਵੈਰ ਤੋਂ ਰਹਿਤ, ਭੈ ਤੋਂ ਰਹਿਤ, ਸੁਤੇ ਪ੍ਰਕਾਸ਼ ਬੀਓ ਪੂਛਨਾ ਮਸਲਤ ਧਰੇ, ਜੋ ਕੁਛ ਕਰੇ ਸੋ ਆਪੇ ਕਰੇ। ਇਹ ਮੂਲ ਮੰਤਰ ਲਿਖ ਕੇ ਸ਼ਬਦ ਨੂੰ ਸੀ ਝੁਕਾਇਆ, ਸ਼ਬਦ ਦੇ ਫੇਰੇ ਲਏ ਹੈ। ਸ਼ਬਦ ਅਵਤਾਰ ਗੁਰੂ ਗ੍ਰੰਥ ਸਾਹਿਬ ਹੈ, ਹਵਾਲੇ ਦੇਣ ਲਈ ਇਹ ਲੋੜ ਪੈਂਦੀ ਹੈ। ਮਾਤਾ ਸੁਲੱਖਣੀ ਜੀ ਨੂੰ ਨਾਲ ਲੈ ਕੇ ਉਸ ਮੌਕਾ ਸ਼ਬਦ ਮੂਲ ਮੰਤਰ ਦੀਆਂ ਬਕਰਮਾਂ ਕੀਤੀਆਂ, ਤਾਂ ਆਪਾਂ ਵੀ ਮੂਲ ਮੰਤਰ ਦੀਆਂ ਕਰਦੇ ਹਾਂ। ਇੱਥੋਂ ਆਰੰਭਤਾ ਹੋਈ ਹੈ ਆਨੰਦ ਕਾਰ ਅਤੇ ਵਿਵਾਹ ਸ਼ਾਦੀਆਂ ਦੀ। ਜਿਵੇਂ ਦੂਰ ਤੀਸਰੇ ਸਰੂਪ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੇ ਆਪਣੇ ਪੁੱਤਰ ਜਵਾਈ ਬਣਾਇਆ ਰਾਮਦਾਸ ਜੀ ਨੂੰ ਜੇਠੇ ਤੋਂ, ਆਪਣੀ ਪੁੱਤਰੀ ਭਾਨੀ ਜੀ ਦਾ ਵਿਵਾਹ ਕੀਤਾ, ਤੇ ਆਪਣੇ ਦੁਆਲੇ ਫੇਰੇ ਦਵਾਏ, ਆਪਣੇ ਸਰੀਰ ਦੁਆਲੇ ਨਹੀਂ, ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਦੁਆਲੇ। ਗੁਰਦਾ ਗੱਦੀ ਦੇ ਮਾਲਕ ਸਨ, ਤੇ ਸੱਚੜ ਸੱਚ ਦਾ ਰਾਜੇ ਦੀ ਰਾਣੀ ਨਾਲ ਵਿਵਾਹ ਕੀਤਾ, ਆਪਣੇ ਦੁਆਲੇ ਫੇਰੇ ਦਵਾਏ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਨੇ ਫਿਰ ਦੁੱਖ ਭੰਜਨੀ ਬੇਰੀ ਕੋਲ ਸੋਲਾਵਾਂ ਦਾ ਪਾਠ ਉਚਾਰ ਕੇ ਸ਼ੰਤਾ ਰੂਪ ਬਾਣੀ ਹੈ। ਪਹਿਲੇ ਸ਼ਬਦ ਦੇ 4 ਪਦ ਨੇ, ਜਿਹੜਾ ਬਹੁ ਗਿਣਤੀ ਵਿਆਹਾਂ ਵੇਲੇ ਛੱਡ ਦਿੰਦੇ ਆ, ਨਹੀਂ ਛੱਡਣੇ ਚਾਹੀਦੇ, ਪੜ੍ਹਨੇ ਚਾਹੀਦੇ ਹੈ, ਸਾਰੇ ਸਮੇਂ ਨਾਲ ਢੁਕਦੇ ਨੇ। ਤੇ ਆਖਰੀ ਲਾਵਾਂ ਦਾ ਸ਼ਬਦ ਬਹੁਤ ਵੱਡਾ ਬਲ ਤੇ ਮਹਾਤਮਾ ਇਹਦਾ, ਇਸ ਬਾਣੀ ਦਾ ਨਿਤਨੇਮ ਕਰਿਆ ਕਰੋ। ਦਾਸ ਪਾਸੋਂ ਮਹਾਰਾਜ ਸਾਹਿਬ ਸੇਵਾ ਲੈਂਦੇ ਨੇ, ਕਰੀਦਾ ਹੈ। ਯਾਦ ਕਰ ਲਓ ਕਿ ਬਹੁਤੀ ਲੰਬੀ ਬਾਣੀ ਨਹੀਂ, ਕਿ ਆਪਣੇ ਦੁਆਲੇ ਮਹਾਰਾਜ ਸਾਹਿਬ ਨੇ ਫੇਰੇ ਦਵਾਏ। ਛੇਵੇਂ ਪਾਤਸ਼ਾਹ ਮਹਾਰਾਜ ਸਾਹਿਬ ਦਾ ਵਿਵਾਹ ਇਵੇਂ ਹੋਇਆ, ਛੇਵੇਂ ਪਾਤਸ਼ਾਹ ਦੇ ਪੁੱਤਰੀ। ਸੋ ਇਸ ਪ੍ਰਕਾਰ ਬੀਬੀ ਵੀਰੋ ਦਾ ਵਿਵਾਹ ਇਵੇਂ ਹੋਇਆ, ਝਬਾਲ ਕੇ ਜਾ ਕੇ 26 ਜੇਠ ਨੂੰ ਅੰਮ੍ਰਿਤਸਰ ਸਾਹਿਬ ਵਾਲਾ ਪਹਿਲਾ ਜੰਗ ਜਿੱਤ ਕੇ। ਦੂਜੇ ਸਰੂਪਾਂ ਦਾ 10ਵੇਂ ਸਰੂਪ ਦੇ ਹਵਾਲੇ ਹੋਰ ਮਿਲਦੇ ਨੇ, ਮੈਂ ਬਹੁਤੇ ਲੰਬੇ ਚੌੜੇ ਵਿਸਥਾਰ ਵਿੱਚ ਨਾ ਜਾਵਾਂ। ਇਸ ਕਰਕੇ ਗੁਰਮੁਖੋ ਧੰਤਾ ਯੋਗ ਹੋ, ਵਡਿਆਈ ਦੇ ਪਾਤਰ ਹੋ, ਜੋ ਗੁਰੂ ਕਾ ਪੁਰਬ, ਪੂਰਬਲਾ ਦਿਨ, ਪੁਰਬ ਦੇ ਅਰਥ ਨੇ, ਤੇ ਖੁਸ਼ੀ ਦਾ ਦਿਨ ਪੁਰਬ ਲੱਗਾ ਅੱਜ, ਜਿਹੜਾ ਆਪਾਂ ਮਨਾ ਰਹੇ ਹਾਂ ਯਾਦ ਨੂੰ ਤਾਜ਼ੀ ਕਰਨ ਵਾਸਤੇ, ਗੁਰੂ ਦੀਆਂ ਬਬਾਣੀਆਂ ਕਹਾਣੀਆਂ ਪੜ੍ਹ ਸੁਣ ਕੇ ਦਰਿਆਉਣ ਵਾਸਤੇ। ਕਿ ਚੁੱਪਚਾਪ ਹੀ ਸਮਾਂ ਲੰਘ ਜਾਵੇ ਤੇ ਫਿਰ ਬਹੁਤੀ ਪ੍ਰਾਪਤੀ ਨਹੀਂ, ਥੋੜ੍ਹੀ ਹੋ ਸਕਦੀ ਹੈ। ਸੋ ਕਥਾ ਦੀ ਕੀ ਦੇਣ, ਕੀਰਤਨ ਦੀ ਦੇਣ, ਸਾਰੀਆਂ ਵਿਵਾਹ ਸ਼ਾਦੀਆਂ ਦੀ ਦੇਣ ਮਹਾਰਾਜ ਸਾਹਿਬ ਤੋਂ ਆਰੰਭਤਾ ਹੋਈ ਹੈ। ਸਭ ਤੋਂ ਵੱਧ ਜ਼ਰੂਰੀ ਅੰਮ੍ਰਿਤ ਛਕੋ, ਕਲਗੀਧਰ ਪਿਤਾ ਦੇ ਪੁੱਤਰ ਬਣੋ। ਪ੍ਰੰਤ ਵਿਆਹ ਹੋ ਕੇ ਬਰਾਤ ਸੁਲਤਾਨਪੁਰ ਲੋਧੀ ਗਈ ਹੈ। ਉਸ ਤੋਂ ਪ੍ਰੰਤ ਫਿਰ ਵਾਪਸ ਮਹਾਰਾਜ ਸਾਹਿਬ ਸੁਲੱਖਣੀ ਜੀ ਨੂੰ ਲੈ ਕੇ ਰਾਏਪੁਰ ਤਲਵੰਡੀ ਆਏ ਨੇ। ਉਸ ਉਪਰੰਤ ਫਿਰ ਵਾਪਸ ਆਏ ਨੇ। 1745 ਦੇ ਵਿਵਾਹ ਹੋਇਆ ਸੀ, ਤੇ 51 ਵਿੱਚ ਸ੍ਰੀ ਚੰਦ ਮਹਾਨ ਸ਼ਕਤੀ, ਮਰਿਆਂ ਨੂੰ ਜਿਉਂਦੇ ਕਰਨ ਵਾਲੇ, ਤੇ ਕੀਤੇ ਵੀ ਪੱਥਰ ਪਾਣੀ ਤੇ ਤਾਰੇ ਵੀ। ਕਿੰਨੇ ਜੋਜ ਲੰਬੀ ਬਾਂਹ ਕਰਕੇ ਭਤੀਜੇ ਨੂੰ ਲਾ ਲਿਆ ਸੀ, ਕੋਲ ਚੱਲਦੀ ਹੈ। ਤੇ ਲਖਮੀ ਦਾਸ ਗੁਰੂ ਕਾ ਪੁੱਤਰ। ਇਸ ਪ੍ਰਕਾਰ ਜਿਹੜਾ ਸਣ ਦੇਹ ਘੋੜੀ ਤੇ ਪਤਨੀ ਸਮੇਤ ਕਾਸ਼ ਨੂੰ ਉੱਡ ਗਿਆ ਸੀ, ਬੜੀ ਸ਼ਕਤੀ ਦੇ ਮਾਲਕ ਗੁਰੂ ਕੇ ਪੁੱਤਰ ਲਖਮੀ ਦਾਸ ਦਾ ਵਿਵਾਹ ਇਸ ਬਟਾਲੇ ਸ਼ਹਿਰ ਵਿੱਚ ਹੋਇਆ।
ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਵੱਡੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਇਸ ਬਟਾਲੇ ਸ਼ਹਿਰ ਵਿਆਹੁਣ ਵਾਸਤੇ ਆਏ। 7ਵੇਂ ਪਾਤਸ਼ਾਹ ਦੇ ਨਾਨਕੇ ਸ਼ਹਿਰ ਵਿੱਚ, ਸ੍ਰੀ ਚੰਦ ਲਖਮੀ ਦਾਸ ਦੇ ਨਾਨਕੇ ਸ਼ਹਿਰ ਵਿੱਚ ਇਤਿਹਾਸਕ ਹੋਰ ਵੀ ਹਵਾਲੇ ਮਿਲਦੇ ਨੇ। ਹੋਰ ਬਹੁਤਾ ਇਸ ਪਾਸੇ ਨਾ ਆਪਾਂ ਬੋਲੀਏ। ਧੰਤਾ ਯੋਗ ਹੋ ਸਰਧਾ ਨਾਲ, ਭਾਵਨਾ ਨਾਲ, ਪਿਆਰ ਨਾਲ ਅਖੰਡ ਪਾਠ ਕਰਵਾ ਕੇ, ਕਥਾ ਕੀਰਤਨ ਕਰਕੇ ਸੁਣ ਕੇ ਇਹ ਦਿਹਾੜਾ ਆਪਾਂ ਮਨਾ ਰਹੇ ਹਾਂ। ਗੁਰਮੁਖਾਂ ਨੇ ਹੁਕਮ ਲਾਇਆ ਸੀ, ਸਮਾਂ ਹੋ ਗਿਆ, ਮੈਂ ਵੱਧ ਨਾ ਬੋਲਾਂ। ਹੋਰ ਵੀ ਸੰਸਕਾਰ ਨੇ। ਗੁਰਮੁਖੋ ਦਲਾਂ ਅਤੇ ਟਕਸਾਲਾਂ ਦੀ ਮਰਜ਼ਾਦਾ ਹੋਣ ਤੱਕ ਹੈ। ਅਖੰਡ ਪਾਠ ਚੱਲੀ ਜਾਂਦੇ ਨੇ ਅਤੇ ਕਥਾ ਕੀਰਤਨ ਨਿਤਨੇਮ ਵੀ ਜਾਰੀ ਰਹਿੰਦਾ ਹੈ। ਇਹ ਸਿੱਖ ਦਾ ਨਿਤਨੇਮ ਜਪਜੀ ਜਾਪ ਸਵਈਏ ਅਤੇ ਬਾਕੀ ਕਿਹੜੇ ਖੂਹ 'ਚ ਪੈਣਾ, ਕਿੱਧਰ ਜਾਣਾ ਹੈ। ਵੱਧ ਤੋਂ ਵੱਧ ਜਿੰਨੀ ਮਰਜ਼ੀ ਬਾਣੀ ਪੜ੍ਹੋ, ਘੱਟ ਤੋਂ ਘੱਟ ਨਹੀਂ। ਕਿਸੇ ਬੰਦੇ ਦੇ ਮਗਰ ਨਹੀਂ ਲੱਗਣਾ। ਬੜੀਆਂ ਮਰਜ਼ਾਦਾ ਉਹਨਾਂ ਨੇ ਹੋਰ ਵਿਗਾੜਨੀਆਂ। ਸਤਿਗੁਰ ਕਿਰਪਾ ਕਰਕੇ ਬਚਾਉਣ, ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਅਤੇ ਪੜ੍ਹਿਆ ਸੁਣਿਆ ਥਾਂ ਪਵੇ। ਇੰਨੀਆਂ ਬੇਨਤੀਆਂ ਸਵੀਕਾਰ ਕਰਦੇ ਹੋਏ ਹੁਣ ਕਹੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਬੇਨਤੀ ਯਾਦ ਚੇਤੇ 'ਚ ਆਈ ਹੈ। ਵੀਰ ਹਰਵਿੰਦਰ ਸਿੰਘ ਜੀ ਪ੍ਰੀਤ ਸਟੋਡੀਏ ਵਾਲਾ ਸਾਰਾ ਪ੍ਰੋਗਰਾਮ ਕਵਰ ਕਰ ਰਿਹਾ ਹੈ। ਨਗਰ ਕੀਰਤਨ ਵਾਲਾ ਅਤੇ ਹੋਰ ਵੀ ਦਾਸ ਕੋਲ ਜਾ ਕੇ ਕੱਲ੍ਹ ਸਲਾਹ ਲੈ ਕੇ ਆਇਆ ਸੀ। ਇਸ ਰੁਪਏ ਦਾ ਹੱਕਦਾਰ ਹੈ। ਸਾਨੂੰ ਜ਼ਰੂਰ ਸੇਵਾ ਕਰਨੀ ਚਾਹੀਦੀ ਹੈ, ਕਿਉਂਕਿ ਇਹ ਯਾਦਗਾਰ ਬਣ ਜਾਣੀ ਹੈ। ਤੁਹਾਡੇ ਸਾਰਿਆਂ ਦੀ ਪਿਕਚਰਾਂ ਇਸ ਕੈਮਰੇ 'ਚ ਆ ਜਾਣੀਆਂ ਹੈ। ਇੰਨੀਆਂ ਬੇਨਤੀਆਂ ਸਵੀਕਾਰ ਕਰਦੇ ਹੋਏ ਫੇਰ ਕਹੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਹੈ ਜੋ ਰੋਜ਼ਾਨਾ ਹੀ ਕਥਾ ਦੀ ਸੇਵਾ ਵੀ ਕਰਦੇ ਹਨ। ਸੋ ਭਾਈ ਹਰਜੀਤ ਸਿੰਘ ਜੀ ਜੋ ਰਣਜੀਤ ਸਿੰਘ ਦੀਆਂ ਇਸਤਾਂ ਲਾਈ ਕਰਦੇ ਹਨ, ਜਿਵੇਂ ਕਿ ਬਾਹਰ ਸੰਗਤਾਂ ਭੇਜਦੇ ਹਨ, ਉਸ ਨੂੰ ਸਰੋਵਰ ਦੇ ਕੇ ਸਨਮਾਨ ਕੀਤਾ ਜਾਵੇਗਾ। ਭਾਈ ਸਰਕਾਰ ਦੇ ਪਰਿਵਾਰ ਨਾਲ ਅਖੰਡ ਪਾਠ ਸਾਹਿਬ ਦੀ ਸੇਵਾ ਕੀਤੀ ਹੈ। ਪੂਰੀ ਪਰਿਵਾਰ ਨੇ ਆਪਣੀ ਕਿਰਪਾ ਨਾਲ ਸ਼ਬਦ ਦਿੱਤੇ ਜਾਣਗੇ। ਭਾਈ ਹਰਜੀਤ ਸਿੰਘ ਦੇ ਪਰਿਵਾਰ ਨੇ ਹਰ ਗੁਰਪੁਰਬ ਦੇ ਜਾਓ ਦੀ ਲੰਗਰ ਸੇਵਾ ਕਰਨ ਦਾ ਬੇਨਤੀ ਹੈ। ਪਰਿਵਾਰ ਨੂੰ ਲਾਉਂਦੇ ਕਿਰਪਾ ਕਰੋ। ਇਸ ਸਤਿਕਾਰ ਦੇ ਭਾਈ ਅੰਗਰੇਜ਼ ਸਿੰਘ ਜੀ ਇਟਲੀ ਵਾਲੇ ਆਏ ਹਨ, ਤਾਂ ਸਾਡੇ ਪਰਿਵਾਰ ਨੂੰ ਬੇਨਤੀ ਹੈ ਉਹ ਹੀ ਆਉਂਦੇ ਕਿਰਪਾ ਕਰੋ। ਡਾਕਟਰ ਗੁਰਵਿੰਦਰ ਸਿੰਘ ਜੀ ਉਹਦੇ ਪਰਿਵਾਰ ਨੂੰ ਬੇਨਤੀ ਹੋਈ ਆਉਂਦੇ ਕਿਰਪਾ ਕਰੋ ਜੀ। ਸਾਰੇ ਪਰਿਵਾਰਾਂ ਨੂੰ ਗੁਰੂ ਕੋਲੋਂ ਸਨਮਾਨ ਕੀਤਾ ਜਾਵੇਗਾ। ਸੰਗਤਾਂ ਪਾਸ ਬੇਨਤੀ ਹੈ। 11 ਵਜੇ ਬਾਅਦ ਲੱਗੇ ਪ੍ਰਧਾਨ ਮੰਦਰ ਧਾਰਮਿਕ ਸਟੇਜ ਸਜੇਗੀ। ਜੋ ਨਗਰ ਕੀਰਤਨ ਗੁਰਦੁਆਰੇ ਚੱਲਿਆ ਸੀ, ਸਵੇਰੇ 4 ਵਜੇ ਕੰਮ ਸਾਹਿਬ ਪਹੁੰਚਾ ਹੈ। ਸਾਰੇ ਰਾਜ ਸੰਗਤਾਂ ਚੱਲ ਰਹੀਆਂ ਹਨ। ਸਵੇਰੇ 4 ਵਜੇ ਮੁੜ ਕੇ ਅਰਦਾਸ ਕਰਕੇ ਫਿਰ ਸੰਗਤਾਂ ਮੁੜ ਕੇ ਰਵਾਨਾ ਹੋ ਗਈਆਂ ਹਨ। ਰਿਵਾਇਤਾਂ ਨਗਰ ਕੀਰਤਨ ਸਵੇਰੇ 8 ਵਜੇ ਆਰੰਭ ਹੋ ਗਿਆ। ਕੰਮ ਸਾਹਿਬ ਤੋਂ ਗੁਰਦਾ ਸਤਿਕਾਰੀਆਂ ਦਾ ਕਿਹੜਾ ਸਾਹਿਬ ਪੂਰੀ ਸੰਗਤਾਂ ਇੱਧਰ ਪਹੁੰਚੇਗੀਆਂ। ਸਾਰੇ ਸੰਗਤਾਂ ਬਾਅਦ ਦਾ ਸੇਵਾ ਕਰੇ, ਗੁਰੂ ਘਰ ਦੇ ਦਰਸ਼ਨ ਪ੍ਰਾਪਤ ਕਰੋ। ਔਰ ਸੰਗਤਾਂ ਨੂੰ ਸਨਮਾਨ ਕੀਤਾ ਜਾਵੇ। ਅਭੀ ਸਰ ਕਹੀਆਂ ਤੋਂ ਰਣਜੀਤ ਸਿੰਘ ਜੀ ਭਾਈ ਹਰਜੀਤ ਸਿੰਘ ਸੋਫਾ ਪਾਉਣਗੇ। ਬੜੇ ਸੋਹਣਿਆ ਸਤਿ ਸ੍ਰੀ ਅਕਾਲ। ਬੜੇ ਸੋਹਣਿਆ ਸਤਿ ਸ੍ਰੀ ਅਕਾਲ। ਰਾਜੀ ਦੇ ਨਾਮ ਤੋਂ ਜੀ ਕੋਈ ਹੋਣੇ ਕਿਰਪਾ ਕਰੋ ਜੀ। ਬੜੇ ਸੋਹਣਿਆ ਸਤਿ ਸ੍ਰੀ ਅਕਾਲ। ਭੈਣ ਜੀ ਸਿਮਰਜੀਤ ਕੌਰ ਜੀ ਬੜੇ ਸੋਹਣਿਆ ਸਤਿ ਸ੍ਰੀ ਅਕਾਲ। ਬੜੇ ਸੋਹਣਿਆ ਸਤਿ ਸ੍ਰੀ ਅਕਾਲ। ਭਾਈ ਸੁਲੱਖਣ ਸਿੰਘ ਜੀ ਰਾਮਗੜ੍ਹ ਬੇਟੇ ਭਾਈ ਮਨਦੀਪ ਸਿੰਘ ਜੀ ਜਾਂ ਨੌ ਰੰਗ ਬੇਨਤੀ ਆਉਂਦੀ ਕਿਰਪਾ ਕਰੋ ਜੀ। ਬੜੇ ਸੋਹਣਿਆ ਸਤਿ ਸ੍ਰੀ ਅਕਾਲ। ਬੜੇ
वास्ते 5,000 रुपया पास कराया मारा उन्हें ऑफिसों से भेजी है बीबी सिमरजीत को जब आया पासा कराया कृपा करें साहब प्रारंभ करते कला कुछ पहले पक्ष करने हर सारे बड़े प्यारा सेवा करते हैं सब कोई कृपा करें इसे तरह गुरु का सेवा करते हैं प्रारंभ करने कला बख्शियां अगर मिलने द्वारा मेरे आए तो हमने कृपा करो जी गुरु का लंगर कर रहे हैं बाद वाण सत्यनारायण नगर कीर्तन संगम बेहतर जिथे जिथे सेवा करना मौका मिलता है मानसों के मीडिया सेवा में सिमरण करने वास्ते कृपा करे गुरु का सेवा करके अपने टर्म सोने करने कृपा करे गाँव की समाप्ति है बाद ज्ञान स्टेज चलेगी सात संतान से पहुंच के एक वाणी कीर्तन आगे कैसे कोई जैसे जैसे पहुंचेंगे तकरीबन देर रात तक स्टेज चल रही है सात संतान वाले सेवा करके गुरु का दर्शन प्राप्त करें वाहिगुरु जी का खालसा वाहिगुरु जी की